ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡਾ ਜੋ ਧੁਰਾ ਹੈਗਾ ਉਸ ਦੇ ਨਾਲ ਹੀ ਖਿਲਵਾੜ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਜਿੱਥੇ ਹੁੰਦੀ ਹੈ ਉੱਥੋਂ ਬਹੁਤ ਸਾਰੇ ਇੱਦਾਂ ਦੇ ਤੱਥ ਸਾਹਮਣੇ ਆਏ, ਬਹੁਤ ਸਾਰੀ ਇੱਦਾਂ ਦੀਆਂ ਖਬਰਾਂ ਸਾਹਮਣੇ ਆਈਆਂ ਜਿਸ ਨੇ ਬਹੁਤ ਸਾਰੇ ਸਵਾਲ ਖੜੇ ਕਰਤੇ ਕਿ ਆਖਿਰਕਾਰ ਜਿਨ੍ਹਾਂ ਨੂੰ ਸਭ ਤੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਣੀ ਹੈ ਤੇ ਉੱਥੋਂ ਬਾਅਦ ਬਾਕੀ ਸਾਰੀਆਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਹੁੰਚਣੇ ਨੇ, ਤਾਂ ਉੱਥੇ ਹੀ ਵੱਡੇ ਪੱਧਰ ਤੇ ਧਾਂਦਲੀਆਂ ਹੋ ਰਹੀਆਂ ਨੇ। ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਖਬਰ ਨਸ਼ਰ ਕੀਤੀ ਸੀ ਕਿ ਜਿਹੜੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹ ਸ਼ਾਂਤ ਕਿਉਂ ਬੈਠੇ ਨੇ। ਸਾਡੇ ਨਾਲ ਅੱਜ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਅੰਮ੍ਰਿਤਸਰ ਤੋਂ ਪੱਤਰਕਾਰ ਚਰਨਜੀਤ ਸਿੰਘ ਅਰੋੜਾ ਜੁੜੇ ਨੇ। ਅਰੋੜਾ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰੋੜਾ ਸਾਹਿਬ, ਆਖਿਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਫੈਸਲਾ ਵਾਪਸ ਕਿਉਂ ਲੈਣਾ ਪੈ ਗਿਆ ਸੀ? ਵੀਰ ਜੀ, 27 ਅਗਸਤ ਨੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਸੀ ਜੀ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਗੱਲ ਕਹੀ ਸੀ ਕਿ ਅਸੀਂ ਦੋਸ਼ੀ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ, ਉਹਨਾਂ ਦਾ ਮਾਮਲਾ ਪੁਲਿਸ ਨੂੰ ਦੇਵਾਂਗੇ ਔਰ ਪੁਲਿਸ ਉਹਨਾਂ ਕੋਲੋਂ ਇਨਵੈਸਟੀਗੇਟ ਕਰਕੇ ਜਿਹੜਾ ਸੱਚ ਸਾਹਮਣੇ ਲਿਆਏਗੀ ਜੀ। ਲੇਕਿਨ ਇੱਕ ਹਫ਼ਤੇ ਬਾਅਦ 5 ਅਗਸਤ ਨੂੰ ਜਿਹੜੀ ਕੱਲ ਮੀਟਿੰਗ ਹੋਈ ਆ ਉਹਦੇ ਵਿੱਚ ਭਾਈ ਲੌਂਗੋਵਾਲ ਆਪਣੇ ਫੈਸਲੇ ਤੋਂ ਮੁੱਕਰ ਗਏ ਨੇ। ਉਹਨਾਂ ਨੇ ਕਿਹਾ ਵੈ ਕਿ ਅਸੀਂ ਕੋਈ ਜਿਹੜਾ ਹੈਗਾ ਪੁਲਿਸ ਨੂੰ ਮਾਮਲਾ ਨਹੀਂ ਦੇ ਰਹੇ, ਕਿਉਂਕਿ ਅਸੀਂ ਖੁਦ ਸਮਰੱਥ ਹਾਂ, ਅਸੀਂ ਖੁਦ ਫੈਸਲੇ ਲੈ ਸਕਦੇ ਹਾਂ, ਅਸੀਂ ਖੁਦ ਗੱਲ ਕਰ ਸਕਦੇ ਹਾਂ। ਤੋ ਇਹ ਜਿਹੜਾ ਯੂ ਟਰਨ ਹੋਇਆ ਵੈ ਜਾਂ ਗੱਲ ਕਹਿ ਲਈਏ ਕਿ ਕਹਿ ਕੇ ਮੁੱਕਰੇ ਨੇ, ਇਹਦੇ ਪਿੱਛੇ ਇੱਕ ਰਾਜ਼ ਲੱਗਦਾ ਆ, ਕਿਉਂਕਿ ਇਸ ਗੱਲ ਦੇ ਵਿੱਚ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਸੀ। ਕੌਣ ਕੌਣ ਦੋਸ਼ੀ ਸੀ, ਕਿੰਨਾ ਕਿੰਨਾ ਕਸੂਰਵਾਰ ਸਨ, ਉਹ ਸਾਰਾ ਮੁਲਾਜ਼ਮ ਅਗਰ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਰੱਖ ਦਿੰਦੇ ਤਾਂ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਇਸ ਮਸਲੇ ਦੇ ਵਿੱਚ ਜਿਹੜਾ ਹੈਗਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਹੈਗੇ ਸੀਗੇ ਉਹ ਮਿਲੀ ਭੁਗਤ ਨਾਲ ਗਏ ਨੇ ਔਰ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਸੀ ਕਿੱਥੇ ਗਏ ਨੇ। ਔਰ ਕੱਲ ਭਾਈ ਲੌਂਗੋਵਾਲ ਦੇ ਜਿਹੜੇ ਬਿਆਨ ਸਨ ਉਹ ਏਦਾਂ ਹੈਗੇ ਸੀ ਜਿਵੇਂ ਕੋਈ ਰਟਿਆ ਰਟਾਇਆ ਇੱਕ ਲਿਖਿਆ ਲਿਖਾਇਆ ਬਿਆਨ ਆਇਆ ਹੋਵੇ, ਉਹ ਸਿਰਫ ਪੜ੍ਹਦੇ ਹੀ ਪਏ ਨੇ, ਜਿਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਹੋਇਆ ਕਿ ਸਰੂਪ ਜਿਹੜੇ ਹੈਗੇ ਨੇ ਜੀ ਉਹ ਲੋਕਾਂ ਦੇ ਘਰਾਂ ਵਿੱਚ ਗਏ ਹੋਏ ਨੇ, ਲੋਕ ਉਹਨਾਂ ਨੂੰ ਸੇਵਾ ਸਤਿਕਾਰ ਨਾਲ ਲੈ ਕੇ ਗਏ ਨੇ। ਮੈਂ ਇੱਕ ਗੱਲ ਤੋਂ ਹੈਰਾਨ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚੋਂ ਇੱਕ ਕਾਗਜ਼ ਵੀ ਅਗਰ ਬਾਹਰ ਲੈ ਕੇ ਆਉਣਾ ਹੋਵੇ ਤਾਂ ਉਹਦੇ ਵਾਸਤੇ ਵੀ ਸਾਨੂੰ ਇੱਕ ਜਿਹੜਾ ਹੈਗਾ ਵਾ ਪਰਚੀ ਲਿਖਾ ਕੇ ਲਿਆਣੀ ਪੈਂਦੀ ਹੈ ਜੀ, ਇਹ ਮਨਜ਼ੂਰੀ ਹੈ ਜੀ, ਇਹ ਬਾਹਰ ਲਿਜਾ ਸਕਦੇ ਨੇ। ਔਰ ਹੈਰਾਨਗੀ ਦੀ ਗੱਲ ਹੈ ਕਿ ਇਹ 328 ਸਰੂਪ ਗਾਇਬ ਹੋਏ ਨੇ। ਇਹ ਤੇ ਸਿਰਫ 1 ਸਾਲ ਦੀ ਰਿਪੋਰਟ ਹੈ ਹਾਲੇ ਜੀ, ਇਹ ਹਾਲੇ 1 ਸਾਲ ਦੀ ਰਿਪੋਰਟ ਹੈ। ਬਿਲਕੁਲ, ਆਪਣੇ ਪਹਿਲਾਂ ਵੀ ਗੱਲ ਹੋਈ ਸੀ ਕਿ 1 ਸਾਲ ਦਾ ਆਡਿਟ ਹੋਇਆ, ਹਾਲੇ ਬਾਕੀ ਜੇ ਸਾਲਾਂ ਦਾ ਆਡਿਟ ਹੋ ਜਾਵੇ ਤਾਂ ਪਤਾ ਨਹੀਂ ਕਿੰਨੇ ਹੋਰ ਸਰੂਪ ਜਿਹੜੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਨਿਕਲੇਗੀ ਸਾਹਮਣੇ ਜੀ। ਜੇ ਬਾਕੀ 4 ਸਾਲਾਂ ਦਾ ਆਡਿਟ ਹੋਵੇ ਤਾਂ ਘੱਟ ਤੋਂ ਘੱਟ 2000 ਤੋਂ ਉੱਪਰ ਸਰੂਪ ਜਿਹੜਾ ਹੈਗਾ ਵੈ ਉਹ ਗਾਇਬ ਹੋਇਆ ਜੀ। ਔਰ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਆ, ਮੇਰੇ ਕੋਲ ਜਿਹੜੀ ਇਹਨਾਂ ਨੇ 10 ਸਫ਼ਿਆਂ ਦੀ ਇੱਕ ਰਿਪੋਰਟ ਕੱਲ ਸ਼ਾਇਆ ਕੀਤੀ ਸੀ ਜਿਹਦੇ ਚ ਇਹਨਾਂ ਨੇ ਕਿਹਾ ਸੀਗਾ ਕਿ ਇਸ ਰਿਪੋਰਟ ਦੇ ਮੁਤਾਬਕ ਅਸੀਂ ਦੋਸ਼ੀਆਂ ਤੇ ਕਾਰਵਾਈ ਕੀਤੀ ਹੈ। ਇਸ ਰਿਪੋਰਟ ਤੇ 2 ਨੰਬਰ ਦੋਸ਼ੀ ਆ ਬਾਜ ਸਿੰਘ ਕਲਰਕ ਜੀ। ਜਿਹੜਾ ਬਾਜ ਸਿੰਘ ਕਲਰਕ ਹੈਗਾ ਵੈ ਇਹਦੇ ਉੱਤੇ ਤੁਸੀਂ 23/10/2018 ਨੂੰ ਫਲਾਈਂਗ ਸਕੁਐਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਵਾਈ ਕੀਤੀ ਹੈ ਜੀ। ਉਸ ਕਾਰਵਾਈ ਦੇ ਵਿੱਚ ਇਸੇ ਬਾਜ ਸਿੰਘ ਦੇ ਕੋਲ ਜੀ 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 ਅਰੋੜਾ ਸਾਹਿਬ, ਜੇ ਪੂਰੇ ਮਾਮਲੇ ਦੀ ਗੱਲ ਕਰੀਏ, ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿਤੇ ਨਾ ਕਿਤੇ ਮਿਲੀ ਭੁਗਤ ਵੱਡੇ ਪੱਧਰ ਤੇ ਸਾਹਮਣੇ ਆ ਰਹੀ ਹੈ। ਪਿਛਲੇ ਦਿਨੀ ਆਪਣੀ ਗੱਲਬਾਤ ਹੋਈ ਸੀ, ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀਗਾ, ਹਾਲਾਂਕਿ ਆਪਾਂ ਉਹ ਸੋਸ਼ਲ ਮੀਡੀਆ ਤੇ ਸਾਂਝੀ ਨਹੀਂ ਕੀਤੀ ਸੀ, ਕਿ ਜਿਹੜੇ ਅਧਿਕਾਰੀਆਂ ਤੇ ਜਿਹੜੇ ਕਰਮਚਾਰੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਜਿਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਉਹਨਾਂ ਦੇ ਉੱਪਰ ਫੌਜਦਾਰੀ ਮਾਮਲੇ ਜਿਹੜੇ ਦਰਜ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਹੁਣ ਦਰਜ ਨਹੀਂ ਹੋਣਗੇ। ਤੁਸੀਂ ਇਹਦਾ ਭੇਤ ਦੱਸਿਆ ਸੀ ਕਿ ਉਹਨਾਂ ਤੋਂ ਵੀ ਬਹੁਤ ਸਾਰੇ ਭੇਤ ਨੇ
ਕਿ ਉਸੇ ਡਰ ਤੋਂ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫੈਸਲਾ ਵਾਪਸ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫੈਸਲਾ ਵਾਪਸ ਲਿਆ ਹੈ। ਜੀ ਜੀ ਉਹ ਪ੍ਰਿੰਟਿੰਗ ਪ੍ਰੈਸ ਵਿੱਚ ਸੁਪਰਵਾਈਜ਼ਰ ਸੀ। ਬਾਜ ਸਿੰਘ ਕੋਲੋਂ ਤੁਸੀਂ 2 ਸਾਲ ਪਹਿਲਾਂ 9 ਜੀ ਜੀ ਉਦਾਂ ਤੇ ਅਗਰ ਕੋਈ ਗੁਟਕਾ ਪਾੜਨ ਦੀ ਕਾਰਵਾਈ ਸਾਡੇ ਸਾਹਮਣੇ ਆ ਜਾਵੇ ਤਾਂ 295 ਇਹਦਾ ਪਰਚਾ ਦਰਜ ਕਰਾਉਣ ਚਲੇ ਜਾਂਦੇ ਨੇ। ਮੈਂ ਇੱਥੇ ਸਵਾਲ ਪੁੱਛਣਾ ਚਾਹਨਾ ਕਿ ਅੱਜ 295 ਦੀ ਗੱਲ ਕਿਉਂ ਨਹੀਂ ਹੋ ਰਹੀ? ਤੁਸੀਂ ਦੇਖੋ, ਮੈਂ ਇੱਕ ਤੁਹਾਨੂੰ ਇਹ ਗੱਲ ਇਹਦੇ ਨਾਲ ਸਾਂਝੀ ਕਰਨੀ ਚਾਹਨਾ ਕਿ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਜੀ ਨੇ ਇੱਕ ਸੰਪਾਦਕੀ ਨੋਟ ਲਿਖਿਆ ਸੀ ਜੀ, ਜਿਸ ਸੰਪਾਦਕੀ ਨੋਟ ਦੇ ਵਿੱਚ ਉਹਨਾਂ ਨੇ ਕੁਝ ਤਕਨੀਕੀ ਮੁੱਦੇ ਚੁੱਕੇ ਸਨ। ਉਹਨਾਂ ਦੇ ਉੱਤੇ 295 ਦਾ ਪਰਚਾ ਦਰਜ ਕਰਾਇਆ ਗਿਆ ਸੀ ਅਵਤਾਰ ਸਿੰਘ ਮੱਕੜ ਦੇ ਟਾਈਮ ਦੇ ਉੱਤੇ। ਅੱਜ ਜਿਹੜੇ ਵੇਖੋ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਏ ਨੇ। ਰਿਪੋਰਟ ਸਾਡੇ ਸਾਹਮਣੇ ਹੈ, ਉਹਦੇ ਬਾਵਜੂਦ ਕਿਸੇ ਦੋਸ਼ੀ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹਨੂੰ ਅਸੀਂ ਕੀ ਮੰਨਾਂਗੇ? ਬਿਲਕੁਲ ਅਰੋੜਾ ਸਾਹਿਬ, ਕਿਤੇ ਨਾ ਕਿਤੇ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਕੁਝ ਲੋਕਾਂ ਲਈ ਨਿਯਮ ਅਲੱਗ ਨੇ, ਕੁਝ ਜਿਹੜੇ ਆਪਣੇ ਨੇ ਉਹਨਾਂ ਦੇ ਲਈ ਨਿਯਮ ਅਲੱਗ ਨੇ, ਜਾਂ ਫਿਰ ਜਿਨ੍ਹਾਂ ਦੇ ਕੋਲ ਭੇਤ ਹੈਗੇ ਇਸ ਵੇਲੇ ਉਹਨਾਂ ਦੇ ਲਈ ਨਿਯਮ ਅਲੱਗ ਨਜ਼ਰ ਆ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਹਨੂੰ ਅਕਸਰ ਅਸੀਂ ਜਾਣਦੇ ਸੀ ਕਿ ਇਹ ਉਹ ਸੰਸਥਾ ਹੈ ਜਿੱਥੇ ਇਨਸਾਫ ਹੁੰਦਾ ਹੈ, ਜਿੱਥੇ ਊਚ ਨੀਚ ਨਹੀਂ ਦੇਖੀ ਜਾਂਦੀ, ਜਿੱਥੇ ਸਿਰਫ ਇਹ ਦੇਖਿਆ ਜਾਂਦਾ ਹੈ ਕਿ ਗਲਤੀ ਕਿਹਦੀ ਹੈ ਤੇ ਸਹੀ ਕੌਣ ਹੈ, ਤੱਥ ਦੇਖੇ ਜਾਂਦੇ ਸੀਗੇ। ਪਰ ਅੱਜ ਉਹ ਤੱਥ ਨਹੀਂ ਦੇਖੇ ਜਾ ਰਹੇ ਸ਼ਾਇਦ। ਵੀਰ ਜੀ, ਮੈਂ ਇਹ ਗੱਲ ਸਮਝਦਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਵਕਤ ਦੀ ਕਾਰਗੁਜ਼ਾਰੀ ਹੈਗੀ ਹੈ, ਮੈਂ ਤਾਂ ਪੁਰਾਣੇ ਇਤਿਹਾਸ ਨੂੰ ਜਿਸ ਵਕਤ ਵੇਖਦਾ ਤਾਂ ਮੈਂ ਹੈਰਾਨ ਹੁੰਨਾ ਕਿ ਇਹ ਲੋਕ ਸਾਡੀ ਸੰਸਥਾ ਦੇ ਉੱਤੇ ਕਾਬਜ ਰਹੇ ਸਨ। ਗਿਆਨੀ ਮਹਿੰਦਰ ਸਿੰਘ ਵਰਗੇ ਸਕੱਤਰ ਹੁੰਦੇ ਸਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀਆਂ ਉਚਾਈਆਂ ਤੇ ਲੈ ਕੇ ਗਏ। ਅੱਜ ਅਫਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਰਸਤੇ ਤੇ ਤੁਰੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਸਿੱਖ ਇਤਿਹਾਸ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ, ਸਿੱਖ ਇਤਿਹਾਸ ਵਿਗਾੜਿਆ ਜਾ ਰਿਹਾ ਔਰ ਇਹ ਚੁੱਪਚਾਪ ਤਮਾਸ਼ਾਈ ਬਣੀ ਬੈਠੀ ਹੈ। ਹਾਲਾਤ ਇਹ ਬਣੇ ਹੋਏ ਨੇ ਕਿ ਰੋਮ ਸੜਦਾ ਪਿਆ ਤੇ ਨੀਰੋ ਬੰਸਰੀ ਵਜਾ ਰਿਹਾ। ਜੀ ਅਰੋੜਾ ਸਾਹਿਬ, ਜੇ ਦੇਖਿਆ ਜਾਵੇ ਜਿੱਦਾਂ ਹੁਣ ਇਹ ਵੀ ਮਾਮਲਾ ਸਾਹਮਣੇ ਆ ਰਿਹਾ ਸੀਗਾ ਕਿ ਬਹੁਤ ਸਾਰੇ ਜਿਹੜੇ ਕਰਮਚਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੰਮ ਕਰ ਰਹੇ ਨੇ ਜਾਂ ਉੱਥੇ ਫਿਰ ਕੀਰਤਨੀਏ ਨੇ, ਉਹਨਾਂ ਦੇ ਨਾਲ ਵੀ ਦੁਰਵਿਵਹਾਰ ਕੀਤਾ ਜਾ ਰਿਹਾ, ਉਹਨਾਂ ਦੇ ਨਾਲ ਵੀ ਕੋਈ ਚੰਗਾ ਵਤੀਰਾ ਅਪਣਾਇਆ ਨਹੀਂ ਜਾ ਰਿਹਾ। ਉੱਥੇ ਦੇ ਜਿਹੜੇ ਮੁਖੀ ਬਣਾਏ ਗਏ ਨੇ ਕਈ ਬੰਦੇ ਜਾਂ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ, ਤੁਹਾਡੇ ਕੋਲ ਕੀ ਰਿਪੋਰਟ ਹੈ ਇਸ ਬਾਰੇ? ਵੀਰ ਜੀ, ਮੈਂ ਇਹ ਗੱਲ ਸਮਝਦਾ ਕਿ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ, ਜਿਹੜੇ ਕਿ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਨੇ, ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਵਤੀਰਾ ਵੇਖ ਕੇ ਏਦਾਂ ਲੱਗਦਾ ਜਿਵੇਂ ਕਿ ਉਹ ਕਿਸੇ ਨਾਲ ਦੁਸ਼ਮਣੀ ਕੱਢ ਰਹੇ ਹੋਣ ਜੀ। ਰਾਗੀ ਸਿੰਘ ਜਦੋਂ ਵੀ ਕੀਰਤਨ ਸ਼ੁਰੂ ਕਰਦੇ ਨੇ, ਅਗਰ ਉਹਨਾਂ ਨੂੰ ਲੱਗਦਾ ਹੈ ਤੇ ਉਹ ਉਸ ਵੇਲੇ ਰਾਗੀ ਸਿੰਘ ਨੂੰ ਮਨਾ ਕਰ ਦਿੰਦੇ ਨੇ ਕਿ ਕੀਰਤਨ ਬੰਦ ਕਰ ਦਿੱਤਾ ਜਾਵੇ, ਇਹਦੀ ਜਗ੍ਹਾ ਤੇ ਆਹ ਸ਼ਬਦ ਪੜਿਆ ਜਾਵੇ। ਰਾਗੀ ਸਿੰਘ ਜਦੋਂ ਵੀ ਸ਼ਬਦ ਪੜਦਾ ਹੈ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਗੁਰੂ ਨੂੰ ਸਨਮੁਖ ਸਮਝ ਕੇ ਸ਼ਬਦ ਪੜਦਾ ਹੈ। ਲੇਕਿਨ ਰਾਗੀ ਸਿੰਘਾਂ ਨਾਲ ਜੋ ਕੁਝ ਕੀਤਾ ਜਾ ਰਿਹਾ, ਖਾਸ ਕਰ ਪਿਛਲੇ ਤਕਰੀਬਨ 6 ਮਹੀਨਿਆਂ ਤੋਂ, ਉਹ ਬੜਾ ਦੁਖਦਾਈ ਹੈ। ਰਾਗੀ ਸਿੰਘ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਕੋਲ ਗਏ ਸਨ, ਪਰ ਭਾਈ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੀ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਿੰਘ ਸਾਹਿਬ ਵੱਡੇ ਨੇ ਤੇ ਮੈਂ ਛੋਟਾ, ਮੈਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ। ਉਹਨਾਂ ਦੇ ਬਾਅਦ ਰਾਗੀ ਸਿੰਘ ਜਿਹੜੇ ਨੇ ਸੰਗਤ ਦੀ ਕਚਹਿਰੀ ਵਿੱਚ ਆਏ ਨੇ, ਰਾਗੀ ਸਿੰਘ ਰੋ ਰਹੇ ਨੇ, ਰਾਗੀ ਸਿੰਘਾਂ ਦੇ ਰੋਂਦਿਆਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਨੇ, ਕੋਈ ਸੁਣਵਾਈ ਨਹੀਂ ਹੋ ਰਹੀ। ਚਾਹੀਦਾ ਤਾਂ ਇਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਹਨਾਂ ਦੋਵਾਂ ਧਿਰਾਂ ਨੂੰ ਬੁਲਾ ਕੇ ਬੈਠ ਕੇ ਸਮਝੌਤਾ ਕਰਵਾਉਂਦਾ, ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਪ੍ਰਧਾਨ ਸਾਹਿਬ ਤਾਂ ਸਾਰਾ ਦਿਨ ਚੰਡੀਗੜ੍ਹ ਦੇ ਵੱਡੇ ਘਰ ਦੇ ਜਾਂ ਬਾਦਲ ਪਿੰਡ ਦੇ ਵੱਡੇ ਘਰੋਂ ਹੁਕਮ ਉਡੀਕਦੇ ਹੁੰਦੇ ਨੇ। ਉਹਨਾਂ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਉਹ ਇਹ ਸ਼੍ਰੋਮਣੀ ਕਮੇਟੀ ਦੇ ਜਾਂ ਗੁਰੂ ਘਰ ਦੇ ਪ੍ਰਬੰਧਾਂ ਵੱਲ ਧਿਆਨ ਦੇ ਸਕਣ। ਉਹਨਾਂ ਦਾ ਸਾਰਾ ਧਿਆਨ ਬਿਲਕੁਲ ਇੱਥੇ ਸਵਾਲ ਇਹ ਵੀ ਬਣਦਾ ਹੈ ਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਦੀਆਂ ਗ੍ਰੈਚੁਟੀਆਂ ਅੜੀਆਂ ਹੋਈਆਂ ਨੇ। ਮਾਮਲਾ ਉਦੋਂ ਸਾਹਮਣੇ ਆਉਂਦਾ ਜਦੋਂ ਹਿਸਾਬ ਕਿਤਾਬ ਕਲੀਅਰ ਕਰਨ ਦੀ ਗੱਲ ਆਉਂਦੀ ਹੈ,
ਕਮਲਜੀਤ ਹੋਰਾਂ ਦੀ ਜਾਂ ਹੋਰ ਜਿਹੜੇ ਕਰਮਚਾਰੀ ਨੇ ਜਿਨ੍ਹਾਂ ਨੇ ਰਿਟਾਇਰ ਹੋਣਾ ਸੀਗਾ ਤੇ ਉਹਨਾਂ ਦੀਆਂ ਗ੍ਰੈਚੁਟੀਆਂ ਆੜੀਆਂ ਹੋਈਆਂ ਸੀ, ਇਸ ਕਰਕੇ ਸਾਰਾ ਮਾਮਲਾ ਉੱਥੇ ਕਾੜਿਆ ਹੋਇਆ ਸੀ ਕਿ ਉਹ ਵੀ ਇਸ ਕਰਕੇ ਚੁੱਪ ਸੀਗੇ। ਜਿਹੜੇ ਕਰਮਚਾਰੀਆਂ ਤੇ ਜਿਹੜੇ ਅਧਿਕਾਰੀਆਂ ਤੇ ਕਾਰਵਾਈ ਦੀ ਗੱਲ ਕੀਤੀ ਗਈ, ਜਿਨ੍ਹਾਂ ਦਾ ਰਿਪੋਰਟ ਦੇ ਵਿੱਚ ਜ਼ਿਕਰ ਆਇਆ ਕਿ ਇਹਨਾਂ ਦੀ ਅਣਗਹਿਲੀ ਕਰਕੇ 328 ਸਰੂਪ ਜਿਹੜੇ ਨੇ ਉਹਨਾਂ ਦਾ ਅਤਾ ਪਤਾ ਨਹੀਂ ਹੈ, ਤਾਂ ਉਹਨਾਂ ਦੇ ਨਾਲ ਕਿਸੇ ਦੇ ਨਾਲ ਤੁਹਾਡਾ ਸੰਪਰਕ ਹੋਇਆ? ਉਹਨਾਂ ਤੋਂ ਕਿਹੜੇ ਅਜਿਹੇ ਭੇਦ ਨੇ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ? ਵੀਰ ਜੀ, ਕੱਲ ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਸ ਵਿਭਾਗ ਦੇ ਇੱਕ ਕਰਮਚਾਰੀ ਦੇ ਨਾਲ ਗੱਲ ਹੋਈ ਸੀ ਜੀ। ਉਹਨੇ ਇਹ ਗੱਲ ਕਹੀ ਸੀ, ਤੁਸੀਂ ਸਾਨੂੰ ਦੋਸ਼ੀ ਬਣਾਉਣ ਦੀ ਬਜਾਏ ਕੋਹਲੀ ਕੋਲੋਂ ਹਿਸਾਬ ਕਿਉਂ ਨਹੀਂ ਪੁੱਛਦੇ? ਜਿਹੜੇ ਐਸਐਸ ਕੋਹਲੀ ਐਸੋਸੀਏਟ ਸੀ, ਜ਼ਿੰਮੇਵਾਰੀ ਉਹਦੀ ਸੀ, ਉਹਨੇ ਹਿਸਾਬ ਨੂੰ ਮੇਨਟੇਨ ਕਰਨਾ ਸੀ, ਲੇਕਿਨ ਕੋਹਲੀ ਐਸੋਸੀਏਟ ਨੇ ਹਿਸਾਬ ਦੇ ਵਿੱਚ ਹੀ ਤਰੁੱਟੀਆਂ ਰਹਿਣ ਦਿੱਤੀਆਂ, ਜਿਹਦੇ ਕਰਕੇ ਸਾਨੂੰ ਜਵਾਬਦੇਹ ਹੋਣਾ ਪੈ ਰਿਹਾ ਜੀ। ਇੱਕ ਗੱਲ ਇਹ ਹੈ, ਮੈਂ ਇਹ ਗੱਲ ਪਿਛਲੇ ਤਕਰੀਬਨ ਲੰਮੇ ਸਮੇਂ ਤੋਂ ਵੇਖਦਾ ਆ ਰਿਹਾ। ਜਿਹੜੀ ਰਿਪੋਰਟ ਵੀ ਮੇਰੇ ਕੋਲ ਪਈ ਹੈ ਉਹਦੇ ਮੁਤਾਬਕ ਵੀ ਸਾਡੇ ਕੋਲ 2015 ਤੋਂ ਇਹ ਕਰਮਚਾਰੀ ਦੋਸ਼ੀ ਪਾਏ ਜਾ ਰਹੇ ਨੇ ਜੀ। ਇਹਦੇ ਵਿੱਚ ਨਿਸ਼ਾਨ ਸਿੰਘ ਮੀਤ ਸਕੱਤਰ ਹੈ, ਇਹਨੇ ਅਰੋੜਾ ਸਾਹਿਬ, ਮੇਰੀ ਗੱਲ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਤੁਹਾਡੀ ਆਵਾਜ਼ ਸ਼ਾਇਦ ਥੋੜੀ ਜਿਹੀ ਕੱਟ ਰਹੀ ਹੈ ਵਿੱਚ ਜੀ। ਇੱਕ ਸੈਕਿੰਡ ਜੀ, ਮੈਂ ਤੁਹਾਨੂੰ ਦੱਸਣ ਜਾ ਰਿਹਾ ਸੀ ਜੀ। ਤੁਸੀਂ ਉਹਨਾਂ ਦੇਖ ਲਓ, ਮੈਂ ਆਪਣੇ ਜਿੰਨੇ ਵੀ ਸਰੋਤੇ ਜੁੜ ਰਹੇ ਨੇ, ਜਿੰਨੇ ਵੀ ਦਰਸ਼ਕ ਜੁੜ ਰਹੇ ਨੇ, ਉਹ ਵੀ ਲਗਾਤਾਰ ਇਹੀ ਗੱਲ ਆਖ ਰਹੇ ਨੇ ਕਿ ਕਿਤੇ ਨਾ ਕਿਤੇ ਵੱਡੇ ਭੇਦ ਜਿਹੜੇ ਨੇ ਖੁੱਲਣ ਦੇ ਡਰ ਤੋਂ ਇਸੇ ਕਰਕੇ ਕਾਰਵਾਈਆਂ ਨਹੀਂ ਹੋ ਰਹੀਆਂ। ਬਹੁਤ ਸਾਰੇ ਦਰਸ਼ਕ ਜਿਹੜੇ ਸਾਡੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜਦੇ ਨੇ, ਟਿੰਕੂ ਨਾਗਪਾਲ ਹੋ ਗਏ, ਇਸ ਤੋਂ ਇਲਾਵਾ ਜਰਨੈਲ ਸਿੰਘ ਹੋ ਗਏ, ਨਿਰਭਉ ਨਿਰਵੈਰ, ਸਵਰਨ ਸਿੰਘ ਹੋ ਗਏ, ਕੁਲਦੀਪ ਸਿੱਧੂ ਹੋ ਗਏ, ਰਗਵਿੰਦਰ ਸਿੰਘ ਹੋ ਗਏ, ਸਿਕੰਦਰ ਸਿੰਘ ਹੋ ਗਏ, ਇਹ ਸਾਰੇ ਲੋਕ ਜਿਹੜੇ ਕਮੈਂਟ ਕਰ ਰਹੇ ਨੇ ਉਹਨਾਂ ਦਾ ਜ਼ਿਕਰ ਇਹੀ ਹੈ ਕਿਤੇ ਨਾ ਕਿਤੇ ਵੱਡੀ ਕਾਰਵਾਈ ਜਿਹੜੀ ਹੈ ਉਹ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇਹਨਾਂ ਦੇ ਕੋਲ ਬਹੁਤ ਭੇਦ ਨੇ ਜੀ। ਅਰੋੜਾ ਸਾਹਿਬ, ਤੁਸੀਂ ਕੁਝ ਦੱਸ ਰਹੇ ਸੀ? ਮੈਂ ਦੱਸ ਰਿਹਾ ਸੀ ਜੀ, 2015 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਕਰਮਚਾਰੀਆਂ ਨੂੰ ਪਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹਨ ਜੀ, ਲੇਕਿਨ ਕੋਈ ਕਾਰਵਾਈ ਨਹੀਂ ਹੁੰਦੀ ਪਈ। ਸ਼੍ਰੋਮਣੀ ਕਮੇਟੀ ਦੇ ਇਸ ਪੀਰੀਅਡ ਦੇ ਵਿੱਚ ਜਥੇਦਾਰ ਅਵਤਾਰ ਸਿੰਘ ਮੱਕੜ ਤੋਂ ਬਾਅਦ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਰਹੇ ਔਰ ਹੁਣ ਪਿਛਲੇ 3 ਸਾਲ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਨੇ। ਇਹਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਣਾ ਸੰਕੇਤ ਕਰਦਾ ਹੈ ਕਿ ਕਿਤੇ ਨਾ ਕਿਤੇ ਇਹ ਸਾਰਾ ਕੁਝ ਰਲਿਆ ਮਿਲਿਆ ਸੀ। ਦਾਲ ਦੇ ਵਿੱਚ ਕਾਲਾ ਨਹੀਂ ਸੀ, ਬਲਕਿ ਦਾਲ ਹੀ ਪੂਰੀ ਕਾਲੀ ਸੀ। ਜੀ ਵੀਰ ਜੀ, ਬਿਲਕੁਲ ਬੜੇ ਵੱਡੇ ਸਵਾਲ ਖੜੇ ਹੋ ਗਏ ਨੇ ਉਸ ਸਿਰਮੌਰ ਸੰਸਥਾ ਦੇ ਜਿਹਨੂੰ ਅਸੀਂ ਜ਼ਿੰਮੇਵਾਰੀ ਸੌਂਪੀ ਹੋਈ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ, ਇਹ ਕੋਹਲੀ ਹੁਣੀ ਹਰੀਆਂ ਸ਼ਾਹੀਆਂ ਵਾਲੇ ਜਿਨ੍ਹਾਂ ਦਾ ਜ਼ਿਕਰ ਅਸੀਂ ਕਰਦੇ ਹਾਂ ਹਮੇਸ਼ਾ, ਬਹੁਤ ਸਾਰੀ ਦਹਿਸ਼ਤ ਵੀ ਰਹੀ ਹੈ ਇਹਨਾਂ ਦੀ, ਹੈ ਨਾ। ਤੇ ਇਸ ਇੰਟਰਪ੍ਰਾਈਜ਼ਸ ਦੇ ਕੋਲੋਂ ਜਾਂ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਸੀ, ਸ਼ਾਇਦ 11 ਕਰੋੜ ਦਾ ਕਹਿੰਦੇ ਨੇ, ਉਸ ਦੇ ਵਿੱਚੋਂ ਹੁਣ 75% ਪੈਸੇ ਵਾਪਸ ਵੀ ਮੰਗ ਲਏ ਗਏ ਨੇ। ਤਾਂ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਤੋਂ ਜੀ ਅਸੀਂ 75% ਪੈਸਾ ਜਿਹੜਾ ਵਾਪਸ ਮੰਗਾ ਲਿਆ? ਵੀਰ ਜੀ, ਇਹ ਇੱਕ ਮੈਂ ਇੱਥੇ ਇੱਕ ਸ਼ੇਰ ਬੋਲਣਾ ਚਾਹਨਾ कि हमको मालूम है जन्नत की हकीकत, लेकिन दिल बहलाने को गालिब ये ख्याल अच्छा है। SS ਕੋਹਲੀ ਕੋਲੋਂ 75% ਵਾਪਸ ਲੈਣਾ ਤੇ ਬਹੁਤ ਦੂਰ ਦੀ ਗੱਲ ਹੈ। ਅਗਰ 7.5% ਵੀ ਵਾਪਸ ਲੈ ਲੈਣ ਤੇ ਬਹੁਤ ਵੱਡੀ ਪ੍ਰਾਪਤੀ ਹੋਏਗੀ, ਕਿਉਂਕਿ SS ਕੋਹਲੀ ਐਸੋਸੀਏਟ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸੀਏ ਨੇ ਜੀ, ਤੇ ਲੌਂਗੋਵਾਲ ਸਾਹਿਬ ਦੀ ਇੰਨੀ ਜ਼ਰੂਰਤ ਨਹੀਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸੀਏ ਕੋਲੋਂ 75% ਵਾਪਸ ਲੈਣ ਦੀ ਗੱਲ ਕਰ ਸਕਣ। ਤੁਸੀਂ ਦੇਖੋ ਕਿ ਜਦੋਂ 27 ਜੂਨ ਨੂੰ ਰਜਿੰਦਰ ਸਿੰਘ ਮਹਿਤਾ, ਡਾਕਟਰ ਰੂਪ ਸਿੰਘ ਤੇ ਭਾਈ ਮਨਜੀਤ ਸਿੰਘ ਬਾਠ ਨੇ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਵਲਜੀਤ ਸਿੰਘ ਪੈਸੇ ਦੇਣ ਨੂੰ ਤਿਆਰ ਸੀ, ਲੇਕਿਨ ਅਸੀਂ ਪੈਸੇ ਨਹੀਂ ਲਏ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨੂੰ ਪਹਿਲ ਦਿੱਤੀ ਹੈ। ਔਰ ਉਹਦੇ ਹਲਫੀਆ ਬਿਆਨ ਵੀ ਦਿਖਾਏ ਜਾਂਦੇ ਸੀ, ਲੇਕਿਨ ਅੱਜ ਤੇ ਇਹੋ ਜਿਹੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਕਵਲਜੀਤ ਸਿੰਘ ਨੇ ਅਗਲੇ ਦਿਨ ਹੀ ਪੁਲਿਸ ਕੰਪਲੇਂਟ ਕਰਤੀ ਸੀ ਕਿ ਮੇਰੇ ਕੋਲ ਕੋਰੇ ਕਾਗਜ਼ਾਂ ਤੇ ਦਸਤਖਤ ਕਰਵਾਏ ਗਏ ਨੇ। ਤਾਂ ਮੈਂ ਇਹ ਗੱਲ ਸਮਝਦਾ ਕਿ ਜਿਹੜੀ ਇਹ ਪੈਸੇ ਲੈਣ ਦੀ ਗੱਲ ਵੀ ਚੱਲਦੀ ਪਈ ਹੈ, ਕੋਈ ਇਹਦੇ 'ਚ ਸੱਚਾਈ ਨਹੀਂ ਹੈ, ਬਲਕਿ ਇੱਕ ਅੱਖਾਂ ਨੂੰ, ਜਿਹਨੂੰ ਆਈ ਵਾਸ਼ ਕਹਿੰਦੇ ਆ, ਇਹ ਆਈ ਵਾਸ਼ ਹੋਣਾ ਆ ਕਿ ਕੋਹਲੀ ਕੋਲੋਂ ਪੈਸੇ ਲੈ ਲਏ ਜੀ ਇਹਨਾਂ ਨੇ, ਕਿਸੇ ਨਾ ਕਿਸੇ ਟਰਸਟ ਤੋਂ, ਕਿਸੇ ਨਾ ਕਿਸੇ ਹੋਰ ਜਗ੍ਹਾ ਤੋਂ ਪੈਸੇ ਇਕੱਠੇ ਕਰਕੇ ਕੋਹਲੀ ਦੇ ਖਾਤੇ 'ਚ ਪਾ ਕੇ ਦਿਖਾ ਦੇਣਾ ਕਿ ਅਸੀਂ ਕੋਹਲੀ ਕੋਲੋਂ ਪੈਸੇ ਲੈ ਲਏ ਨੇ। ਅਗਰ ਕੋਹਲੀ ਐਸੋਸੀਏਟ ਕੋਲੋਂ ਪੈਸੇ ਲੈਣ ਦੀ ਜ਼ਰੂਰਤ ਰੱਖਦੇ ਨੇ ਤੇ ਫਿਰ ਸੰਗਤ ਦੇ ਸਾਹਮਣੇ ਪੈਸੇ ਲੈ ਕੇ ਦਿਖਾਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸੱਚ ਕੀ ਹੈ। ਅਰੋੜਾ ਸਾਹਿਬ, ਫਿਰ ਇਸ ਪੂਰੇ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦਾ ਦਮਾਮਾ ਕਿਉਂ ਮਾਰ ਰਹੇ ਨੇ ਕਿ ਅਸੀਂ ਦੋਸ਼ੀ ਫੜ ਲਏ, ਅਸੀਂ ਕਾਰਵਾਈ ਕੀਤੀ? ਮੈਂ ਕਹਿ ਸਕਦਾ ਕਿ ਮੈਂ ਆਪਣੇ ਸਮੇਂ ਦੇ ਵਿੱਚ ਬਹੁਤ ਵੱਡੀ ਮੇਰੇ ਤੋਂ ਗੁਰੂ ਸਾਹਿਬ ਨੇ ਜਿਹੜੀ ਹੈ ਸੇਵਾ ਲਈ ਹੈ ਕਿ ਅਸੀਂ ਇੰਨੇ ਸਮੇਂ ਦਾ ਜਿਹੜਾ ਚੱਲ ਰਿਹਾ ਸੀ ਇਹ ਸਾਰਾ ਕੁਛ, ਅਸੀਂ ਉਹਨੂੰ ਨਸ਼ਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਅਸੀਂ 75% ਪੈਸੇ ਵੀ ਵਾਪਸ ਲੈਣ ਦੀ ਗੱਲ ਆਖੀ ਹੈ।
ਤਾਂ ਉਹ ਕਿਸ ਗੱਲ ਤੇ ਦਮਾਮੇ ਮਾਰ ਰਹੇ ਨੇ, ਉਹਨਾਂ ਦੀ ਭੂਮਿਕਾ ਕਿਵੇਂ ਦੇਖਦੇ ਹੋ ਤੁਸੀਂ? ਵੀਰ ਜੀ, ਮੈਂ ਇਹ ਗੱਲ ਸਮਝਦਾ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਦਾ ਕੰਮ ਹੈ, ਜੀ ਉਹਨਾਂ ਦਾ ਕੰਮ ਸੀ ਜਾਂਚ ਕਰਾਣੀ ਤੇ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣੀ। ਅਗਰ ਭਾਈ ਹਰਪ੍ਰੀਤ ਸਿੰਘ ਆਪਣੇ ਤੌਰ ਤੇ ਸਜ਼ਾ ਦੇਣ ਵਿੱਚ ਸਮਰੱਥ ਹੁੰਦੇ ਤਾਂ ਇਹਨਾਂ ਸਾਰਿਆਂ ਨੂੰ ਹੁਣ ਤੱਕ ਪੁਲਿਸ ਨੇ ਆਪਣੇ ਕਸਟਡੀ 'ਚ ਲਿਆ ਹੋਣਾ ਸੀ। ਲੇਕਿਨ ਸਮੱਸਿਆ ਕੀ ਹੈ ਕਿ ਅਕਾਲ ਤਖਤ ਕਦੀ ਵੀ ਆਪਣੇ ਤੌਰ ਦੇ ਉੱਤੇ ਪੁਲਿਸ ਨੂੰ ਕੰਪਲੇਂਟ ਨਹੀਂ ਦਿੰਦਾ, ਕਿਉਂਕਿ ਰੂਹਾਨੀ ਅਦਾਲਤ ਦੁਨਿਆਵੀ ਅਦਾਲਤ ਨੂੰ ਕੰਪਲੇਂਟ ਨਹੀਂ ਦੇ ਸਕਦੀ। ਦੂਸਰੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾਰਵਾਈ ਕਰਨੀ ਸੀ। ਹੁਣ ਇਹ ਬਾਲ ਇੱਕ ਵਾਰ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸਾਰੇ ਮਾਮਲੇ ਉੱਤੇ ਕੀ ਕਰਦੇ ਨੇ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਿਹੜੀ ਕਾਰਵਾਈ ਕੀਤੀ ਹੈ, ਜਿਹੜੀ ਰਿਪੋਰਟ ਬਣਾਈ ਹੈ, ਉਹ 1000 ਪੇਜ ਤੋਂ ਵੱਧ ਦੀ ਰਿਪੋਰਟ ਹੈ। ਉਸ ਰਿਪੋਰਟ ਦੀਆਂ 10 ਲੱਖ ਪੇਜ ਜਿਹੜੇ ਹੈਗੇ ਨੇ ਉਹ ਸੰਖੇਪ ਵਿੱਚ ਵਰਣਨ ਕੀਤਾ ਗਿਆ। ਲੇਕਿਨ ਮੈਂ ਇਹ ਗੱਲ ਸਮਝਦਾ ਕਿ ਇਸ ਦੇ ਨਾਲ ਜਿਹੜਾ ਚੱਲ ਰਿਹਾ ਹੈ, ਇਸ ਸਾਰੇ ਨੂੰ ਵੇਖ ਕੇ ਗੱਲ ਕਹਿ ਸਕਦੇ ਹਾਂ ਕਿ ਸਭ ਅੱਛਾ ਨਹੀਂ ਹੈ। ਅਰੋੜਾ ਸਾਹਿਬ, ਇਹ ਰਿਪੋਰਟ ਨੂੰ ਲੈ ਕੇ ਵੀ ਬੜੀ ਚਰਚਾ ਛਿੜੀ ਸੀ ਕਿ ਇਹ ਰਿਪੋਰਟ ਨਸ਼ਰ ਨਹੀਂ ਕੀਤੀ ਜਾ ਰਹੀ, ਉਹਦੇ ਵਿੱਚ ਦੱਸਿਆ ਜਾਵੇ ਕਿ ਕਿੰਨੇ ਲੋਕ ਕਿਸ ਤਰੀਕੇ ਦੇ ਅਣਗਹਿਲੀ ਕਰਦੇ ਪਾਏ ਗਏ ਨੇ, ਕੀ ਨਾਮ ਨੇ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਜਨਤਕ ਕੀਤਾ ਜਾਵੇ, ਉਹਨਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਹੋਣ, ਉਹਨਾਂ ਦੇ ਖਿਲਾਫ ਜਿਸ ਹਿਸਾਬ ਦੇ ਨਾਲ ਵੱਡੀ ਆਪਾਂ ਕਹਿ ਲਈਏ ਵੀ ਹਮੇਸ਼ਾ ਕਾਰਵਾਈ ਹੁੰਦੀ ਹੈ ਬੱਜਰ ਗਲਤੀਆਂ ਕਰਨ ਦੀ, ਤਾਂ ਉਸ ਤਰ੍ਹਾਂ ਦੇ ਫੈਸਲੇ ਲਏ ਜਾਣ, ਉਹਨਾਂ ਨੂੰ ਛੇਕਿਆ ਜਾਵੇ ਪੰਥ ਦੇ ਵਿੱਚੋਂ। ਤਾਂ ਇਹ ਰਿਪੋਰਟ ਤੁਹਾਡੇ ਤੱਕ ਪਹੁੰਚੀ ਇਹ, ਜਾਂ ਇਹਨੂੰ ਵੀ ਹਲੇ ਨਸ਼ਰ ਕਰਨ ਦੇ ਵਿੱਚ ਪੂਰੀ ਤਰ੍ਹਾਂ ਆਨਾਕਾਨੀ ਕੀਤੀ ਜਾ ਰਹੀ ਹੈ? ਨਹੀਂ ਵੀਰ ਜੀ, ਕੱਲ 10 ਪੇਜ ਦੀ ਰਿਪੋਰਟ ਜਿਹੜੀ ਹੈਗੀ ਸੀ ਇਹ ਜਨਤਕ ਕਰ ਦਿੱਤੀ ਗਈ ਸੀ। ਇਸ ਰਿਪੋਰਟ ਦੇ ਮੁਤਾਬਕ ਜਿਹੜੇ ਦੋਸ਼ੀ ਕਰਮਚਾਰੀ ਸੀ ਉਹਨਾਂ ਦੇ ਦੋਸ਼ ਵੀ ਲਿਖੇ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਦੇ ਉੱਤੇ ਰਿਪੋਰਟ ਜਿਹੜੀ ਅਵੇਲੇਬਲ ਹੈ ਜੀ। ਲੇਕਿਨ ਜਾਨੀ ਕਿ 1000 ਪੇਜਾਂ ਚੋਂ 10 ਪੇਜ ਨਸ਼ਰ ਕੀਤੇ ਨੇ ਜਿਹਦੇ ਵਿੱਚ ਤੱਥ ਹੈਗਾ, ਜਿਹਦੇ ਵਿੱਚ ਸਾਰ ਹੈਗਾ ਜੀ। ਲੇਕਿਨ ਮੈਂ ਸਮਝਦਾ ਕਿ ਇਹ ਰਿਪੋਰਟ ਆਪਣੇ ਆਪ ਦੇ ਵਿੱਚ ਅਧੂਰੀ ਰਿਪੋਰਟ ਹੈ। ਇਸ ਰਿਪੋਰਟ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਜਿਹਨੂੰ ਵੇਖ ਕੇ ਅਸੀਂ ਕਹਿ ਸਕੀਏ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋ ਚੁੱਕੀ ਹੈ। ਔਰ ਜਿੱਥੋਂ ਤੱਕ ਦੋਸ਼ੀਆਂ ਦੀ ਗੱਲ ਹੈ, ਦੋਸ਼ੀ ਤਾਂ ਅੱਜ ਵੀ ਲਲਕਾਰੇ ਮਾਰ ਕੇ ਕਹਿੰਦੇ ਨੇ ਕਿ ਸਾਡਾ ਕਿਸੇ ਨੇ ਕੀ ਵਿਗਾੜ ਲੈਣਾ ਹੈ, ਅਸੀਂ ਜਦੋਂ ਭੇਦ ਖੋਲਾਂਗੇ ਤਾਂ ਬਹੁਤ ਕੁਝ ਨੰਗਾ ਹੋਏਗਾ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਪਰਸੋਂ ਇੱਕ ਪੋਸਟ ਪਾਈ ਸੀ, ਜਿਹਦੇ ਉੱਤੇ ਉਹਨਾਂ ਦੇ ਇੱਕ ਸਾਥੀ ਰਹੇ ਸਕੱਤਰ ਨੇ ਕਮੈਂਟ ਕੀਤਾ ਜਿਹੜਾ ਕਿ ਸਸਪੈਂਡ ਹੈ ਕਿ ਡਾਕਟਰ ਸਾਹਿਬ ਅਸੀਂ ਵੀ 2013 ਤੋਂ ਸਕੱਤਰ ਰਹੇ ਹਾਂ। ਹੁਣ ਉਹਦੀ ਭਾਸ਼ਾ ਸਮਝਣ ਵਾਲੀ ਹੈ ਕਿ ਡਾਕਟਰ ਸਾਹਿਬ ਅਸੀਂ ਵੀ 2013 ਤੋਂ ਸਕੱਤਰ ਰਹੇ ਹਾਂ। ਇਹਦਾ ਮਤਲਬ ਇਹ ਹੈਗਾ ਕਿ ਇਹ ਅਗਰ ਤੁਸੀਂ ਸੋਚਦੇ ਹੋ ਕਿ ਕੁਝ ਬੋਲਿਆ ਜਾ ਸਕਦਾ ਤਾਂ ਸਾਡੇ ਕੋਲ ਵੀ ਬਹੁਤ ਕੁਝ ਆ ਬੋਲਣ ਨੂੰ। ਅਗਰ ਸ਼੍ਰੋਮਣੀ ਗੁਰਦੁਆਰਾ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਰੂਪ ਸਿੰਘ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਅਲੱਗ ਕਰਨ ਦੀ ਕੋਸ਼ਿਸ਼ ਦੇ ਵਿੱਚ ਨਜ਼ਰ ਆ ਰਹੇ ਸੀ। ਉਹ ਕਹਿੰਦੇ ਸੀ ਅਸੀਂ ਇਸ ਮਾਮਲੇ ਦੀ ਜ਼ਿੰਮੇਵਾਰੀਆਂ ਤੈਅ ਕਰਦੇ ਹੋਏ ਮੈਂ ਆਪਣੇ ਨੈਤਿਕ ਆਧਾਰ ਤੇ ਅਸਤੀਫਾ ਦਿੰਦਾ। ਤੇ ਉਹ ਨੈਤਿਕ ਆਧਾਰ ਦਾ ਅਸਤੀਫਾ ਸੀ ਤੁਹਾਡੇ ਹਿਸਾਬ ਦੇ ਨਾਲ, ਜਾਂ ਫਿਰ ਉਹਦੇ ਵਿੱਚ ਵੀ ਮਜਬੂਰੀਆਂ ਸੀ, ਜਾਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਸੀ ਤੁਹਾਡੇ ਹਿਸਾਬ ਦੇ ਨਾਲ? ਦੇਖੋ, ਮੈਂ ਤੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਡਾਕਟਰ ਰੂਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਨ ਜੀ। ਮੁੱਖ ਸਕੱਤਰ ਦਾ ਕੰਮ ਦਫ਼ਤਰਾਂ ਜਾ ਕੇ ਫਾਈਲਾਂ ਚੈੱਕ ਕਰਨਾ ਨਹੀਂ ਹੁੰਦਾ। ਜਿਹੜਾ ਉਹਦੇ ਕੋਲ ਲੈ ਕੇ ਆਇਆ ਫਾਈਲ ਉਹਨੇ ਉਹਦੇ ਤੇ ਸਾਈਨ ਕਰਨੇ ਹੁੰਦੇ ਨੇ। ਮੁੱਖ ਸਕੱਤਰ ਤੋਂ ਥੱਲੇ ਸਕੱਤਰ, ਸਕੱਤਰ ਤੋਂ ਥੱਲੇ ਮੀਤ ਸਕੱਤਰ, ਮੀਤ ਸਕੱਤਰ ਤੋਂ ਥੱਲੇ ਹੋਰ ਅਮਲਾ ਪਹਿਲਾਂ ਪੈਜਾ ਹੋਇਆ ਜੀ। ਜਿੱਥੋਂ ਤੱਕ ਸਾਡਾ ਸਵਾਲ ਹੈਗਾ ਸੀਗਾ ਰੂਪ ਸਿੰਘ ਦੀ ਨੈਤਿਕਤਾ ਦਾ ਜੀ, ਤਾਂ ਰੂਪ ਸਿੰਘ ਇੱਕ ਵਿਦਵਾਨ ਵਿਅਕਤੀ ਹੈ, ਲੇਖਕ ਹੈ, ਉਹ ਸਮਝਦਾ ਹੈ ਕਿ ਸਾਰਾ ਕੁਝ ਕਿੱਦਾਂ ਵਾਪਰਿਆ, ਔਰ ਉਹਨੂੰ ਜਾਣਕਾਰੀ ਨਾ ਹੋਣੀ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ, ਮੈਂ ਸਮਝਦਾ ਕਿ ਇੱਕ ਹੈਰਾਨੀਕੁੰਨ ਗੱਲ ਹੈ ਜੀ। ਜਿਹੜੇ ਸਰੂਪਾਂ ਦੀ ਗੱਲ ਕੀਤੀ ਜਾ ਰਹੀ ਹੈ, ਮੈਂ ਉਹਨਾਂ ਸਰੂਪਾਂ ਨੂੰ ਚੰਗੀ ਤਰ੍ਹਾਂ ਸਮਝਦਾ ਪਿਆ, ਮੈਂ ਸਾਰੀ ਘਟਨਾਕ੍ਰਮ ਨੂੰ ਬੜੀ ਅੱਛੀ ਤਰ੍ਹਾਂ ਦੇਖਦਾ ਪਿਆ। ਇਸ ਕਾਰਵਾਈ ਦੇ ਮੁਤਾਬਕ ਦੋ ਘਟਨਾਵਾਂ ਨੂੰ ਇਕੱਠਿਆਂ ਜੋੜਿਆ ਜਾ ਰਿਹਾ ਜੀ। ਇੱਕ ਜਿਹੜੀ ਰਾਮਸਰ ਸ਼ਰਾਬ ਗੁਰਦੁਆਰੇ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ, ਔਰ ਦੂਸਰਾ ਜਿਹੜੇ ਸਰੂਪ ਲਾਪਤਾ ਹੋਏ ਸੀ। ਇਹ ਬੜੀ ਇੱਕ ਸੁਚੱਜੇ ਢੰਗ ਨਾਲ ਇਹ ਸਿਰਫ ਦੋਵਾਂ ਰਿਪੋਰਟਾਂ ਨੂੰ ਇਕੱਠਿਆਂ ਕੰਪਾਈਲ ਕੀਤਾ ਜਾ ਰਿਹਾ, ਜਿਹਦੇ ਵਿੱਚ ਲਿਖਿਆ ਹੋਇਆ ਜੀ ਕਿ ਸਰੂਪ ਅੱਗ ਲੱਗ ਗਈ ਸੀ, ਉਸ ਤੋਂ ਬਾਅਦ ਆਡਿਟ ਰਿਪੋਰਟਾਂ ਨੂੰ ਲੈ ਕੇ ਕੁਝ ਮਸਲਾ ਹੈਗਾ। ਰੂਪ ਸਿੰਘ ਦੀ ਜਿੱਥੋਂ ਤੱਕ ਮੈਂ ਗੱਲ ਕਰ ਰਿਹਾ ਸੀਗਾ, ਉਹਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ। ਚਾਹੀਦਾ ਤੇ ਇਹ ਸੀ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਇਸ ਨੈਤਿਕਤਾ ਨੂੰ ਸਵੀਕਾਰ ਕਰਦੇ, ਔਰ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਵੀ ਇਸ ਨੈਤਿਕਤਾ ਨੂੰ ਸਵੀਕਾਰ ਕਰਦੇ, ਔਰ ਸੰਗਤ ਦੇ ਸਾਹਮਣੇ ਆ ਕੇ ਗਲਤੀ ਸਵੀਕਾਰ ਕਰਦੇ। ਕੱਲ ਭਾਈ ਗੋਬਿੰਦ ਸਿੰਘ ਜੀ ਖਿਮਾ ਯਾਚਨਾ ਕਰ ਰਹੇ ਨੇ, ਜਿਹਦਾ ਕੋਈ ਤੁੱਕ ਹੀ ਨਹੀਂ ਬਣਦਾ ਜੀ।
ਜੀ ਵੀਰ ਜੀ। ਇਹ ਜਿਹੜਾ ਪੂਰਾ ਮਾਮਲਾ ਇਸ ਵੇਲੇ ਉਲਝਦਾ ਜਾ ਰਿਹਾ, ਕਿਉਂਕਿ ਇੱਕ ਪਾਸੇ ਪਹਿਲਾਂ ਸੀਗੇ 267 ਸਰੂਪ, ਫਿਰ 328 ਹੋਏ। ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਤੇ 450 ਸਰੂਪਾਂ ਦਾ ਮਾਮਲਾ ਇੱਕ ਅਲੱਗ ਨਜ਼ਰ ਆ ਗਿਆ। ਇਸ ਪੱਧਰ ਦੀਆਂ ਜਿਹੜੀਆਂ ਇਹ ਬੇਨਿਯਮੀਆਂ ਹੋ ਰਹੀਆਂ ਨੇ ਜਾਂ ਅਣਗਹਿਲੀਆਂ ਹੋ ਰਹੀਆਂ ਨੇ, ਜਿਸ ਦੇ ਕਰਕੇ ਪਾਵਨ ਸਰੂਪ ਜਿਹੜੇ ਨੇ ਉਹਨਾਂ ਦੀ ਬੇਅਦਬੀ ਹੋ ਰਹੀ ਹੈ, ਉਹਨਾਂ ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ? ਕਿਉਂਕਿ ਜਿਨ੍ਹਾਂ ਤੇ ਜ਼ਿੰਮੇਵਾਰੀ ਤੈਅ ਕਰਨ ਦਾ ਜ਼ਿੰਮਾ ਦਿੱਤਾ ਗਿਆ ਇਸ ਵੇਲੇ, ਉਹ ਤਾਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆ ਰਹੇ ਨੇ ਤੇ ਪੂਰਾ ਮਾਮਲਾ ਕਿਸੇ ਨਾ ਕਿਸੇ ਦੂਜੇ ਤੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਅਰੋੜਾ ਸਾਹਿਬ, ਤੁਸੀਂ ਇਸ ਪੂਰੇ ਮਾਮਲੇ ਨੂੰ ਨਜ਼ਰ ਨਾਲ ਬੜੀ ਬਰੀਕ ਨਜ਼ਰ ਨਾਲ ਦੇਖ ਰਹੇ ਹੋ, ਸਾਰੇ ਮਾਮਲੇ ਤੇ ਨਜ਼ਰ ਰੱਖ ਰਹੇ ਹੋ। ਤੁਹਾਡੇ ਹਿਸਾਬ ਦੇ ਨਾਲ ਹੁਣ ਹੋਣਾ ਕੀ ਚਾਹੀਦਾ ਇਸ ਪੂਰੇ ਮਾਮਲੇ ਵਿੱਚ? ਵੀਰ ਜੀ, ਸਭ ਤੋਂ ਪਹਿਲਾਂ ਤੇ ਜਿਹੜੇ ਸਰੂਪ ਜਦੋਂ ਤੱਕ ਨਿੱਜੀ ਪ੍ਰਕਾਸ਼ਕ ਛਾਪਦੇ ਸੀਗੇ, ਉਦੋਂ ਬੇਅਦਬੀ ਦੀਆਂ ਘਟਨਾਵਾਂ ਇੰਨੀਆਂ ਨਹੀਂ ਸੀ ਵਾਪਰਦੀਆਂ ਜਿੰਨੀਆਂ ਐਤਕੀ ਵਾਪਰ ਰਹੀਆਂ ਨੇ। ਦੂਸਰੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਕਾਪੀਰਾਈਟ ਨਹੀਂ ਹੈ ਕਿ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹੀ ਛਾਪ ਸਕੇਗੀ। ਜੇਕਰ ਇਹ ਭਾਈ ਰਣਜੀਤ ਸਿੰਘ ਜੀ ਦੇ 1998 ਵਾਲੇ ਹੁਕਮਨਾਮੇ ਦੀ ਗੱਲ ਕਰਦੇ ਨੇ ਤੇ 1998 ਵਾਲੇ ਹੁਕਮਨਾਮੇ ਇਹ ਵੀ ਲਿਖਿਆ ਹੋਇਆ ਹੈ ਜੀ, 1998 ਵਾਲੇ ਹੁਕਮਨਾਮੇ 'ਚ ਇਹ ਵੀ ਲਿਖਿਆ ਹੋਇਆ ਹੈ ਕਿ ਕੋਈ ਵੀ ਸੈਂਚੀਆਂ, ਪੋਥੀਆਂ, ਗੁਟਕੇ ਨਹੀਂ ਛਾਪ ਸਕਦਾ। ਉਹਦੇ ਬਾਵਜੂਦ ਵੀ ਸੈਂਚੀਆਂ, ਪੋਥੀਆਂ ਤੇ ਗੁਟਕੇ ਬਾਜ਼ਾਰਾਂ 'ਚ ਆਮ ਮਿਲਦੇ ਪਏ ਨੇ, ਵੱਖ-ਵੱਖ ਸੰਪਰਦਾਵਾਂ ਛਾਪਦੀਆਂ ਪਈਆਂ ਨੇ। ਉੱਥੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਹੈ? ਅਗਲੀ ਗੱਲ, ਜਿੱਥੋਂ ਤੱਕ ਸਰੂਪ ਛਾਪਣ ਦੀ ਗੱਲ ਹੈ, ਦਿੱਲੀ ਕਮੇਟੀ ਬਰਾਬਰ ਦੀ ਸੰਸਥਾ ਹੈ, ਪਾਕਿਸਤਾਨ ਕਮੇਟੀ ਬਰਾਬਰ ਦੀ ਸੰਸਥਾ ਹੈ, ਉਹਨਾਂ ਨੂੰ ਇਹ ਅਧਿਕਾਰ ਕਿਉਂ ਨਹੀਂ ਹੈ? ਕੇਵਲ ਸ਼੍ਰੋਮਣੀ ਕਮੇਟੀ ਨੂੰ ਹੀ ਕਿਉਂ ਅਧਿਕਾਰ ਹੈ? ਮੈਂ ਇਹ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੇ ਆਪਣੀ ਭੁੱਲ ਸਵੀਕਾਰ ਕਰੇ ਕਿ ਸਾਡੇ ਕੋਲੋਂ ਪਿਛਲੇ 10 ਸਾਲਾਂ 'ਚ ਬਹੁਤ ਗਲਤੀਆਂ ਹੋਈਆਂ ਨੇ, ਔਰ ਇਸ ਤੋਂ ਬਾਅਦ ਇਹ ਸਰੂਪ ਛਾਪਣ ਦਾ ਅਧਿਕਾਰ ਸਾਰਿਆਂ ਨੂੰ ਹੋਣਾ ਚਾਹੀਦਾ। ਲੇਕਿਨ ਅਗਲੇ 50 ਸਾਲ ਤੱਕ ਸਰੂਪ ਛਾਪਣ ਤੇ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਵੈ ਉਹ ਜਿਹੜੇ ਸਰੂਪ ਪਏ ਨੇ ਉਹਨਾਂ ਦੀ ਬੇਅਦਬੀ ਕਰਨ ਤੋਂ ਗੁਰੇਜ਼ ਕਰੇ। ਆਮ ਤੌਰ ਤੇ ਕੀ ਹੁੰਦਾ ਆ ਕਿ ਈਜ਼ੀ ਅਵੇਲੇਬਲ ਹੋਣ ਕਰਕੇ, ਤੁਸੀਂ ਦੇਖੋ ਜਿਹੜੇ 328 ਸਰੂਪ ਵੀ ਸਾਹਮਣੇ ਆਉਂਦੇ ਪਏ ਨੇ, ਇਹ ਸਰੂਪਾਂ ਦੇ ਵਿੱਚੋਂ ਜੇਕਰ ਇਹਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ, ਅਗਰ ਕਿਸੇ ਚੰਗੀ ਸਰਕਾਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ, ਤਾਂ ਸਾਹਮਣੇ ਆਵੇਗਾ ਕਿ ਜਿਹੜੇ ਸਰੂਪ ਘਟੇ ਹੋਏ ਨੇ ਉਹ ਉਹਨਾਂ ਗੈਰ ਪੰਥਕ ਡੇਰਿਆਂ ਵਿੱਚ ਗਏ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਕੀਤਾ ਜਾਂਦਾ, ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮਜਬੂਰੀ ਵਸ ਰੱਖਿਆ ਜਾਂਦਾ, ਜਿਸ ਤਰ੍ਹਾਂ ਉਦਾਸੀਆਂ ਦੇ ਡੇਰੇ ਨੇ, ਜਿਸ ਤਰ੍ਹਾਂ ਜਿਹੜੇ ਦੇਹਧਾਰੀ ਗੁਰੂਆਂ ਦੇ ਡੇਰੇ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇ ਉੱਤੇ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕੀਤਾ ਜਾਂਦਾ, ਉੱਥੇ ਸਰੂਪ ਗਏ ਨੇ ਔਰ ਲੀਡਰਾਂ ਦੇ ਕਹਿਣ ਤੇ, ਅਧਿਕਾਰੀਆਂ ਦੇ ਕਹਿਣ ਤੇ ਸਰੂਪ ਗਏ ਨੇ। ਜੀ ਬਿਲਕੁਲ, ਇਹ ਬੜੇ ਵੱਡੇ ਸਵਾਲ ਰਹੇ ਨੇ ਕਿ ਫੋਨ ਆਉਂਦਾ, ਉਦਾਂ ਪਰਮਿਸ਼ਨ ਨਹੀਂ ਹੁੰਦੀ, ਪਰ ਇੱਕ ਫੋਨ ਆਉਂਦਾ, ਫੋਨ ਤੋਂ ਬਾਅਦ ਸਰੂਪ ਬੜੀ ਨਾ ਸਮਝੀ ਦੇ ਨਾਲ ਬੜੇ ਆਸਾਨ ਤਰੀਕੇ ਦੇ ਨਾਲ ਦੇ ਦਿੱਤਾ ਜਾਂਦਾ। ਕੋਈ ਪਰਚੀ ਨਹੀਂ ਪੁੱਛੀ ਜਾਂਦੀ, ਕੋਈ ਕੁਛ ਨਹੀਂ ਪੁੱਛਿਆ ਜਾਂਦਾ, ਸਿਰਫ ਇੱਕ ਫੋਨ ਦੀ ਦੇਰ ਆਉਂਦੀ ਹੈ। ਫੋਨ ਕਿਹਦਾ ਆਉਂਦਾ ਤੁਹਾਡੇ ਹਿਸਾਬ ਦੇ ਨਾਲ? ਉਹ ਵੀਰ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਆਮ ਵਿਅਕਤੀ ਨੇ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣਾ ਹੋਵੇ ਤਾਂ ਉਹਦੇ ਉੱਤੇ ਕਿੰਨੀਆਂ ਪਾਬੰਦੀਆਂ ਨੇ ਕਿ ਤੁਹਾਡੇ ਘਰ ਵਿੱਚ ਇੱਕ ਵੱਖਰਾ ਕਮਰਾ ਹੋਣਾ ਚਾਹੀਦਾ, ਇੱਕ ਪਲੰਗ ਹੋਣਾ ਚਾਹੀਦਾ, ਇੱਕ ਪੀੜਾ ਹੋਣਾ ਚਾਹੀਦਾ। 5 ਸਿੰਘ ਆਓ, ਆ ਕੇ ਪਹਿਲਾਂ ਸਾਨੂੰ ਦੱਸੋ ਕਿ ਤੁਹਾਡੇ ਕੋਲੇ ਸਾਰਾ ਕੁਝ ਹੈ, ਫਿਰ ਸਾਡਾ ਪ੍ਰਚਾਰਕ ਜਾਏਗਾ, ਹਲਕਾ ਮੈਂਬਰ ਸਿਫਾਰਿਸ਼ ਕਰੇਗਾ, ਉਸ ਤੋਂ ਬਾਅਦ ਇੱਕ ਸਰੂਪ ਦਿੱਤਾ ਜਾਏਗਾ ਜੀ। ਲੇਕਿਨ ਅੱਜ ਹਾਲਾਤ ਕੀ ਬਣੇ? 328 ਸਰੂਪ ਗਾਇਬ ਹੋਏ, ਜਿਹੜੇ 1 ਸਾਲ ਦੀ ਅਜੇ ਰਿਪੋਰਟ ਹੈ ਜੀ। 328 ਸਰੂਪ ਗਾਇਬ ਹੋਏ, ਕਿਸੇ ਨੂੰ ਪਤਾ ਨਹੀਂ ਲੱਗਾ। ਅਰੋੜਾ ਸਾਹਿਬ, ਘਰ ਘਰ ਅੰਦਰ ਧਰਮਸ਼ਾਲ, ਇਹ ਫਿਰ ਅਸੀਂ ਕਿੱਦਾਂ ਚੱਲਾਂਗੇ ਇਹਨਾਂ ਲੀਹਾਂ ਤੇ? ਗੁਰੂ ਨਾਨਕ ਕੁਝ ਹੋਰ ਕਹਿ ਗਏ ਨੇ, ਸਾਡੇ ਹੁਣ ਜਿਹੜੇ ਆਗੂ ਬਣੇ ਹੋਏ ਨੇ, ਜਿਹੜੀਆਂ ਜ਼ਿੰਮੇਵਾਰੀਆਂ ਦੇ ਤੈਅ ਕਰ ਰਹੇ ਨੇ, ਜਾਂ ਜਿਹੜੇ ਆਪਣੇ ਨਿਯਮ ਬਣਾ ਰਹੇ ਨੇ, ਆਪਣੀਆਂ ਰਹਿਤ ਮਰਿਆਦਾਵਾਂ ਬਣਾ ਰਹੇ ਨੇ, ਤਾਂ ਇਸ ਹਿਸਾਬ ਦੇ ਨਾਲ ਸਾਡਾ ਜਿਹੜਾ ਮਾਡਰਨ, ਅਸੀਂ ਕਹਿੰਦੇ ਵੀ ਸਾਡਾ ਧਰਮ ਜਿਹੜਾ ਮਾਡਰਨ ਹੈ, ਇਹਦੇ ਵਿੱਚ ਜਿਹੜੇ ਪੁਰਾਣੇ ਧਰਮਾਂ ਦੇ ਵਿੱਚ ਜਾਂ ਪੰਥ ਜਿਹੜਾ ਹੈਗਾ, ਇਹਦੇ ਵਿੱਚ ਉਹ ਸਾਰੀਆਂ ਊਣਤਾਈਆਂ ਕੱਢ ਦਿੱਤੀਆਂ ਗਈਆਂ, ਪਰ ਇਹ ਤਾਂ ਦੁਬਾਰਾ ਪਾਉਣ ਦੀ ਕੋਸ਼ਿਸ਼ ਨਹੀਂ ਹੋ ਰਹੀ ਤੁਹਾਡੇ ਹਿਸਾਬ ਦੇ ਨਾਲ? ਬਿਲਕੁਲ ਜੀ, ਜਦੋਂ ਤੋਂ ਅਸੀਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਦੇਹ ਗੁਰੂ ਨੂੰ ਮੰਨਣਾ ਸ਼ੁਰੂ ਕੀਤਾ, ਸਾਡੇ ਅੰਦਰ ਇਹੀ ਊਣਤਾਈਆਂ ਆਣੀਆਂ ਸੀ ਜੀ। ਅਸੀਂ ਸ਼ਬਦ ਦੇ ਉਪਾਸ਼ਕ ਨਹੀਂ ਰਹਿ ਗਏ, ਹੁਣ ਦੇਹ ਦੇ ਉਪਾਸ਼ਕ ਬਣ ਗਏ ਆ। ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮਾਨ ਰੱਖਣਾ ਚਾਹੀਦਾ, ਹਰ ਸਿੱਖ ਦਾ ਫਰਜ਼ ਆ, ਪਰ ਉਹਦੇ ਵਿੱਚ ਇੱਕ ਲਾਈਨ ਜਦੋਂ ਅਸੀਂ ਦੋਹਰਾ ਪੜ੍ਹਦੇ ਆ, ਉਹਦੇ 'ਚ ਇੱਕ ਲਾਈਨ ਵੀ ਆਉਂਦੀ ਹੈ, ਖੋਜ ਸ਼ਬਦ ਮੈਂ ਲੇਹ ਜੀ। ਜਦੋਂ ਅਸੀਂ ਖੋਜ ਸ਼ਬਦ ਮੈਂ ਲੇਹ ਦੀ ਵਿਚਾਰਧਾਰਾ ਨੂੰ ਛੱਡ ਦਿੱਤਾ ਤੇ ਫਿਰ ਸਾਨੂੰ ਕਿਸ ਤਰ੍ਹਾਂ ਇਹ ਸਾਰਾ ਕੁਝ ਹੋ ਸਕਦਾ ਹੈ? ਇਹ ਸਾਰੀਆਂ ਘਟਨਾਵਾਂ ਉਸੇ ਇੱਕ ਵਰਤਾਰੇ ਦਾ ਤਰੀਕਾ ਸੀ। ਗੁਰੂ ਦਾ ਸਤਿਕਾਰ ਆਪਣੇ ਮਨਾਂ ਚੋਂ ਕੱਢ ਚੁੱਕੇ ਆ, ਸ਼ਬਦ ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਮਨਾਂ ਚੋਂ ਦੂਰ ਕਰ ਚੁੱਕੇ ਆ, ਜਿਹਦਾ ਨਤੀਜਾ ਸਾਡੇ ਸਾਹਮਣੇ ਹੈ। ਅੱਜ ਤੇ ਮੈਂ ਇਹ ਗੱਲ ਸਮਝਦਾ ਕਿ 328 ਸਰੂਪ ਸਾਹਮਣੇ ਆਏ ਨੇ। ਤੁਸੀਂ ਦੇਖੋ ਕਿੱਡੀ ਹੈਰਾਨਗੀ ਦੀ ਗੱਲ ਹੈ, ਜਿਸ ਦਿਨ ਗੁਰਦੁਆਰਾ ਰਾਮਸਰ ਸਾਹਿਬ ਵਿੱਚ ਅੱਗ ਲੱਗਦੀ ਪਈ ਹੈ,
ਉਸ ਦਿਨ ਇੱਕ ਕਮੇਟੀ ਬਣਾਈ ਜਾਂਦੀ ਹੈ, ਉਸ ਕਮੇਟੀ ਨੂੰ ਖਰਚਾ ਵੀ ਪਾਸ ਕਰ ਦਿੱਤਾ ਜਾਂਦਾ ਹੈ ਕਿ ਪੂਰੀ ਬਿਲਡਿੰਗ ਫਾਇਰ ਪ੍ਰੂਫ ਕੀਤੀ ਜਾਵੇ, ਪੂਰੀ ਬਿਲਡਿੰਗ 'ਚ ਸੀਸੀਟੀਵੀ ਕੈਮਰੇ ਲਗਾਏ ਜਾਣ। ਇਹ ਘਟਨਾ 2014 ਦੀ ਹੈ, 2020 ਖਤਮ ਹੋਣ ਤੇ ਆ ਗਿਆ। ਨਾ ਤੇ ਰਾਮਸਰ ਸਾਹਿਬ ਗੁਰਦੁਆਰੇ ਦੇ ਵਿੱਚ ਫਾਇਰ ਪ੍ਰੂਫ ਬਿਲਡਿੰਗ ਦਾ ਨਿਰਮਾਣ ਹੋ ਸਕਿਆ, ਨਾ ਹੀ ਉੱਥੇ ਸੀਸੀਟੀਵੀ ਕੈਮਰੇ ਲੱਗ ਸਕੇ ਨੇ। ਆ ਹੁਣ ਸਰੂਪ ਸਾਡੇ ਸਾਹਮਣੇ ਆ ਗਏ ਨੇ ਜੀ। 450 ਸਰੂਪਾਂ ਦਾ ਜੀ। ਅਰੋੜਾ ਸਾਹਿਬ, ਬੜੀ ਹੈਰਾਨੀ ਦੀ ਗੱਲ ਹੈ, ਇੱਕ ਸੀਏ ਲਗਾਇਆ ਜਾਂਦਾ ਜਿਹਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਅੱਜ ਤੋਂ 10-11 ਸਾਲ ਪਹਿਲਾਂ ਕਿ 10-11 ਸਾਲਾਂ ਦੇ ਵਿੱਚ ਸਾਰਾ ਕੰਮ ਆਨਲਾਈਨ ਕਰਨਾ। ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤੇ ਉਹਨੂੰ ਪੈਸੇ ਪੂਰੇ ਜਾਂਦੇ ਰਹਿੰਦੇ ਨੇ। ਬੜੀ ਹੈਰਾਨੀ ਦੀ ਗੱਲ ਹੈ ਕਿ ਉਹਦੀ ਫੀਸ ਨਹੀਂ ਕੱਟੀ ਜਾਂਦੀ ਕਿ ਤੁਸੀਂ ਪੂਰਾ ਕੰਮ ਨਹੀਂ ਕਰ ਰਹੇ। ਮੇਰੇ ਖਿਆਲ ਨਾਲ ਜੇ 100% ਕੰਮ ਦਿੱਤਾ ਸੀ ਤਾਂ ਉਹਦੇ ਵਿੱਚੋਂ 20-25% ਕੰਮ ਹੁੰਦਾ ਸੀ, ਬਾਕੀ ਨਹੀਂ ਹੁੰਦਾ ਸੀ ਤੇ ਇਹ ਦਿਖਦਾ ਸੀ ਸਾਰਿਆਂ ਨੂੰ। ਤੇ ਨਾ ਉਹਨਾਂ ਤੋਂ ਕੋਈ ਹਿਸਾਬ ਮੰਗਿਆ ਗਿਆ, ਪੈਸੇ ਪੂਰੇ ਜਾਂਦੇ ਰਹੇ। ਗੁਰੂ ਦੀ ਗੋਲਕ ਆ, ਸਵਾਲ ਇਸ ਕਰਕੇ ਬਣਦੇ ਨੇ ਕਿ ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਜਾਂਦਾ ਜਿੱਥੇ ਕੋਈ ਮਤਭੇਦ ਨਹੀਂ ਹੈਗਾ। ਰਿਕਸ਼ੇ ਵਾਲਾ ਵੀ ਮੱਥਾ ਟੇਕਦਾ, ਉੱਥੇ ਵੱਡੀਆਂ ਗੱਡੀਆਂ ਵਾਲੇ ਵੀ ਮੱਥੇ ਟੇਕਦੇ ਨੇ, ਮੰਤਰੀ ਸੰਤਰੀ ਵੀ ਮੱਥੇ ਟੇਕਦੇ ਨੇ, ਤੇ ਇੱਕ ਉਹ ਬੰਦਾ ਵੀ ਮੱਥਾ ਟੇਕਦਾ ਜਿਹਦਾ ਮਸੀਂ ਗੁਜ਼ਾਰਾ ਚੱਲਦਾ, ਤੇ ਉਹ ਵੀ ਆਪਣੇ ਦਸਵੰਧ ਕੱਢ ਕੇ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਗੁਰੂ ਦੀ ਗੋਲਕ ਦੇ ਵਿੱਚ ਪੈਸੇ ਪਾਵਾਂ ਤਾਂ ਜੋ ਉਹਦੇ ਵਿੱਚੋਂ ਸੰਗਤ ਦੇ ਲਈ ਜੇ ਲੋੜ ਬਣਦੀ ਹੈ, ਲੰਗਰ ਤਿਆਰ ਹੁੰਦੇ ਨੇ ਜਾਂ ਜੋ ਵੀ ਬਣਦਾ ਲੋੜਵੰਦ ਲੋਕਾਂ ਤੱਕ ਉਹਦੇ ਥਰੂ ਰਾਸ਼ਨ ਪਹੁੰਚਦਾ ਜਾਂ ਸਮਾਨ ਪਹੁੰਚਦਾ, ਤਾਂ ਹਰੇਕ ਬੰਦੇ ਦੀ ਬੜੀ ਆਸਥਾ ਹੁੰਦੀ ਹੈ। ਪਰ ਉਸ ਆਸਥਾ ਦਾ ਪੈਸਾ ਇਸ ਤਰੀਕੇ ਦੇ ਨਾਲ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਇਹਨੂੰ ਕਿਵੇਂ ਸਿੱਖ ਸੰਗਤ ਜਿਹੜੀ ਹੈ ਬਰਦਾਸ਼ਤ ਕਰੇਗੀ? ਫਿਰ ਜੀ, ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਕਿ ਅੱਜ ਤੋਂ 11 ਸਾਲ ਪਹਿਲਾਂ ਸਰਦਾਰ ਅਵਤਾਰ ਸਿੰਘ ਮੱਕੜ ਜਦੋਂ ਪ੍ਰਧਾਨ ਹੁੰਦੇ ਸਨ, ਉਸ ਵੇਲੇ ਚੰਡੀਗੜ੍ਹ ਤੋਂ ਇੱਕ ਹੁਕਮ ਜਾਰੀ ਹੁੰਦਾ ਹੈ ਕਿ SS ਕੋਹਲੀ ਐਸੋਸੀਏਟ ਨੂੰ ਤੁਸੀਂ ਆਪਣਾ ਸਾਰਾ ਹਿਸਾਬ ਕਿਤਾਬ ਕਰਨ ਵਾਸਤੇ ਨਿਯੁਕਤ ਕਰੋ ਜੀ। ਇਹ ਤੁਹਾਡੇ ਰਿਪੋਰਟਾਂ ਨੂੰ ਆਡਿਟ ਕਰਿਆ ਕਰਨਗੇ, ਇਹ ਤੁਹਾਡੇ ਕਰਪਸ਼ਨ ਦੇ ਚਾਰजेस, ਕਰਪਸ਼ਨ ਜਿਹੜੀ ਹੁੰਦੀ ਉਹਨੂੰ ਰੋਕਣਗੇ। ਹੈਰਾਨੀ ਦੀ ਗੱਲ ਹੈ 11 ਸਾਲ ਦੇ ਵਿੱਚ ਕੋਹਲੀ ਸਾਹਿਬ ਇੱਕ 10 ਰੁਪਏ ਦੀ ਕਰਪਸ਼ਨ ਨਹੀਂ ਫੜ ਸਕੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿਸਾਬ ਕਰਨ ਵਾਸਤੇ ਇੰਟਰਨਲ ਆਡੀਟਰ ਵੀ ਬੈਠੇ ਹੋਏ ਨੇ, ਸਰਕਾਰੀ ਆਡੀਟਰ ਵੀ ਆਉਂਦੇ ਨੇ। ਉਸ ਤੋਂ ਬਾਅਦ ਇਹ ਸਾਰਾ ਕੁਝ ਕੰਮ ਚੱਲਦਾ ਹੈ। ਹੁਣ ਕੋਹਲੀ ਐਸੋਸੀਏਟ ਨੂੰ 1 ਸਾਲ ਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਸਾਰਾ ਹਿਸਾਬ ਕਿਤਾਬ ਕੰਪਿਊਟਰਾਈਜ਼ਡ ਕਰ ਦਿਓ, ਸਾਡਾ ਸਾਰਾ ਹਿਸਾਬ ਕਿਤਾਬ ਆਨਲਾਈਨ ਹੋਣਾ ਚਾਹੀਦਾ, ਸਾਡੀ ਵੈਬਸਾਈਟ ਤੇ ਜਿਹੜਾ ਵਿਅਕਤੀ ਚਾਹਵੇ ਉਸ ਹਿਸਾਬ ਕਿਤਾਬ ਨੂੰ ਚੈੱਕ ਕਰ ਸਕਦਾ ਹੈ ਜੀ। 11 ਸਾਲ ਤੱਕ ਕੋਹਲੀ ਸਾਹਿਬ ਨੇ ਸਿਰਫ ਹਰੀ ਸਿਆਹੀ ਵਾਲਿਆਂ ਦੀ ਦਹਿਸ਼ਤ ਹੀ ਬਣਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰਿਆਂ ਦੇ ਵਿੱਚ। ਇਸ ਤੋਂ ਇਲਾਵਾ ਕੋਹਲੀ ਸਾਹਿਬ ਦੀ ਕੋਈ ਦੇਣ ਨਹੀਂ ਹੈ। ਅਰੋੜਾ ਸਾਹਿਬ, ਤੁਸੀਂ ਇੱਥੇ ਜ਼ਿਕਰ ਕੀਤਾ ਹਰੀ ਸਿਆਹੀ ਵਾਲਿਆਂ ਦੀ ਦਹਿਸ਼ਤ, ਪਹਿਲਾਂ ਮੈਂ ਵੀ ਜ਼ਿਕਰ ਕੀਤਾ ਸੀ। ਇਹ ਦਹਿਸ਼ਤ ਕਿਸ ਤਰੀਕੇ ਦੀ ਹੈ, ਕਿਸ ਤਰੀਕੇ ਦੇ ਨਾਲ ਹਰਾਸਮੈਂਟ ਹੋ ਰਹੀ ਹੈ, ਕਿਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹਰੀ ਸਿਆਹੀ ਵਾਲਿਆਂ ਦੇ ਵੱਲੋਂ? ਦੇਖੋ ਜੀ, ਜਦੋਂ ਵੀ ਕੋਈ ਹਰੀ ਸਿਆਹੀ ਵਾਲਿਆਂ ਕੋਲ ਬਿੱਲ ਆਉਂਦਾ ਸੀ ਉਹਦੇ ਉੱਤੇ ਆਬਜੈਕਸ਼ਨ ਲਗਾ ਕੇ ਰੱਖ ਦਿੱਤਾ ਜਾਂਦਾ ਸੀ ਜੀ। ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਨੁਮਾਇੰਦੇ, ਜਿਨ੍ਹਾਂ ਨੂੰ ਅਸੀਂ ਮੈਂਬਰ ਸਾਹਿਬਾਨ ਕਹਿੰਦੇ ਆ, ਉੱਚ ਅਧਿਕਾਰੀ, ਸਾਰਿਆਂ ਦੇ ਹਿਸਾਬ ਕਿਤਾਬ ਜਦੋਂ ਵੀ ਕੋਈ ਕਿਸੇ ਵੀ ਬਿੱਲ ਦੇ ਉੱਤੇ ਹਰੀ ਸਿਆਹੀ ਦਾ ਇੱਕ ਕਲਰਕ ਵੀ ਜਿਹੜਾ ਸੀਗਾ ਆਬਜੈਕਸ਼ਨ ਲਗਾ ਕੇ ਰੋਕ ਦਿੰਦਾ ਸੀ। ਔਰ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਉਸ ਅਧਿਕਾਰੀ ਨੂੰ ਜਾ ਕੇ ਕਹਿ ਸਕੇ ਕਿ ਭਰਾਵਾ ਇਹ ਸਾਡਾ ਬਿੱਲ ਜ਼ਰੂਰੀ ਹੈ, ਇਹਨੂੰ ਪਾਸ ਕਰਨਾ ਜੀ। ਇਹਨਾਂ ਨੇ ਇੱਕ ਫਿਲਮ ਬਣਾਈ ਸੀ ਜਿਹਦਾ ਕੁਝ ਹਜ਼ਾਰ ਰੁਪਏ ਬਿੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੋਲਕ ਵਿੱਚੋਂ ਦੇਣਾ ਸੀ ਜੀ। ਉਸ ਬਿੱਲ ਨੂੰ ਪਾਸ ਕਰਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਇੱਕ ਸਕੱਤਰ ਨੂੰ ਹਰੀ ਸਿਆਹੀ ਵਾਲਿਆਂ ਦੇ ਦਫ਼ਤਰ ਦੇ ਵਿੱਚ ਚੱਕਰ ਮਾਰ ਕੇ ਜੁੱਤੀਆਂ ਘਸਾ ਲਈਆਂ ਸੀ, ਲੇਕਿਨ ਉਹ ਬਿੱਲ ਪਾਸ ਨਹੀਂ ਸੀ ਕਰਵਾ ਸਕਿਆ। ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦਲੇਰੀ ਦਿਖਾਉਂਦਿਆਂ ਹੋਇਆਂ ਗੋਲਕ ਚੋਂ ਬਿੱਲ ਦੇ ਦਿੱਤਾ ਸੀ ਔਰ ਉਹਦੇ ਤੇ ਲਿਖਤਾ ਸੀ ਕਿ ਪ੍ਰਧਾਨ ਜੀ ਦੀ ਆਗਿਆ ਅਨੁਸਾਰ ਇਹ ਬਿੱਲ ਜਿਹੜਾ ਹੈਗਾ ਵਾ ਦਿੱਤਾ ਜਾ ਚੁੱਕਾ ਹੈ, ਹੁਣ ਤੁਸੀਂ ਬਿੱਲ ਪਾਸ ਕਰੋ ਜਾਂ ਨਾ ਕਰੋ, ਸਾਨੂੰ ਉਹਦਾ ਨਾਲ ਕੋਈ ਮਤਲਬ ਨਹੀਂ। ਲੇਕਿਨ ਹਰੀ ਸਿਆਹੀ ਵਾਲਿਆਂ ਨੇ ਪ੍ਰਧਾਨ ਦੇ ਆਰਡਰਾਂ ਤੇ ਵੀ ਇਤਰਾਜ਼ ਕਰਤਾ ਸੀ ਕਿ ਪ੍ਰਧਾਨ ਨੇ ਪੂਰਾ ਰੂਲ ਫਾਲੋ ਨਹੀਂ ਕੀਤਾ, ਜਦੋਂ ਕਿ ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ ਐਡੀਟਰ, ਇੰਟਰਨਲ ਐਡੀਟਰ ਤੇ ਸਰਕਾਰੀ ਐਡੀਟਰ ਸਾਰਾ ਹਿਸਾਬ ਕਿਤਾਬ ਜਿਹੜਾ ਹੈਗਾ ਉਹ ਕਰਕੇ ਦੱਸਦੇ ਨੇ ਜੀ। ਅਰੋੜਾ ਸਾਹਿਬ, ਇੱਥੇ ਇੱਕ ਗੱਲ ਇਹ ਵੀ ਕਰਨੀ ਬਣਦੀ ਹੈ, ਕਹਿ ਲਈਏ ਵੀ ਥੋੜੀ ਉਦਾਸ ਖਬਰ ਹੈ ਕਿ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਨਹੀਂ ਰਹੇ, ਪਰ ਉਹਨਾਂ ਦੀ ਮੌਤ ਦੇ ਨਾਲ ਵੀ ਹੁਣ ਕਈ ਸਵਾਲ ਜੁੜ ਰਹੇ ਨੇ। ਉਹ ਸਵਾਲ ਤੁਹਾਡੇ ਤੱਕ ਵੀ ਪਹੁੰਚੇ ਹੋਣੇ, ਤੁਹਾਡੇ ਕੰਨਾਂ ਤੱਕ ਵੀ ਜ਼ਿਕਰ ਹੋਇਆ ਹੋਣਾ ਉਹਨਾਂ ਦਾ, ਉਹਨਾਂ ਨੂੰ ਕਿਵੇਂ ਦੇਖੀਏ? ਜੀ ਦੇਖੋ, ਸਰਦਾਰ ਹਰਚਰਨ ਸਿੰਘ ਨਿਰਸੰਦੇਹ ਇੱਕ ਵਿਦਵਾਨ, ਬੜੇ ਹੀ ਨੇਕ ਸ਼ਖਸੀਅਤ ਤੇ ਇੱਕ ਸੁਲਝੇ ਹੋਏ ਵਿਅਕਤੀ ਸਨ। ਉਹਨਾਂ ਨੇ ਅੰਮ੍ਰਿਤਸਰ
ਉਹਨਾਂ ਦੋਹਾਂ ਸਾਲਾਂ ਦੇ ਵਿੱਚ ਉਹਨਾਂ ਦੀ ਮਹਾਨ ਸ਼ਖਸੀਅਤ ਤੋਂ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਸੀ। ਸਰਦਾਰ ਹਰਚਰਨ ਸਿੰਘ ਜੀ ਕੋਲ ਜਿਸ ਵਕਤ ਵੀ ਬੈਠਦੇ ਸਾਂ, ਉਹਨਾਂ ਦੇ ਕੋਲੋਂ ਕੁਝ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਜਿਹੜੀਆਂ ਸਾਡੇ ਪੱਤਰਕਾਰੀ ਦੇ ਖੇਤਰ ਦੇ ਵਿੱਚ, ਸਾਡੇ ਨਿੱਜੀ ਜੀਵਨ ਦੇ ਵਿੱਚ ਬਹੁਤ ਕੁਝ ਤਬਦੀਲ ਕਰ ਸਕਦੀਆਂ ਸਨ। ਸਰਦਾਰ ਹਰਚਰਨ ਸਿੰਘ ਜੀ ਆਪਣੇ ਮਨ ਦੇ ਉੱਤੇ ਇੱਕ ਬੋਝ ਲੈ ਕੇ ਗਏ ਨੇ। ਮੈਂ ਇਹ ਗੱਲ ਸਮਝਦਾ ਕਿ ਇੱਕ ਵੱਡਾ ਬੋਝ ਉਹਨਾਂ ਦੇ ਮਨ ਤੇ ਸੀ ਕਿ ਸਾਰੀ ਉਮਰ ਜਿਸ ਵਿਅਕਤੀ ਨੇ ਗੁਰੂ ਪੰਥ ਤੇ ਗੁਰੂ ਗ੍ਰੰਥ ਤੇ ਲਾਇਆ ਹੋਵੇ, ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ, ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਦਾੜਾ ਖੋਲ ਕੇ, ਕੁੜਤਾ ਪਜਾਮਾ ਪਾ ਕੇ, ਉੱਪਰੋਂ ਗਾਤਰਾ ਪਾ ਕੇ ਹੀ ਗੁਰਮਤ ਦਾ ਪ੍ਰਚਾਰ ਕੀਤਾ ਜਾ ਸਕਦਾ। ਦਾੜੀ ਬੰਨੀ ਹੋਵੇ, ਪੈਂਟ ਕਮੀਜ਼ ਪਾਈ ਹੋਵੇ ਜਾਂ ਟਾਈ ਤੇ ਕੋਟ ਪਾਇਆ ਹੋਵੇ, ਉਹਦੇ ਨਾਲ ਵੀ ਗੁਰਮਤ ਦਾ ਪ੍ਰਚਾਰ ਕੀਤਾ ਜਾ ਸਕਦਾ, ਜਿਹਦੀ ਮੂੰਹ ਬੋਲਦੀ ਤਸਵੀਰ ਸਰਦਾਰ ਹਰਚਰਨ ਸਿੰਘ ਜੀ ਸਾਡੇ ਵਿਚਕਾਰ ਸਨ। ਉਹਨਾਂ ਦੇ ਕੋਲੋਂ ਅਸੀਂ ਬਹੁਤ ਕੁਝ ਦੇਖਦੇ ਰਹੇ ਹਾਂ। ਤੋਂ ਉਹਨਾਂ ਨੇ ਸਾਰੀ ਉਮਰ ਗੁਰਮਤ ਕਮਾਈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੀ ਵਿਚਾਰਧਾਰਾ ਨੂੰ ਅਮਲੀ ਜੀਵਨ ਦੇ ਵਿੱਚ ਅਪਣਾਇਆ। ਅਕਸਰ ਉਹ ਹਰ ਮਿਲਣ ਵਾਲੇ ਨੂੰ ਇੱਕ ਗੱਲ ਕਿਹਾ ਕਰਦੇ ਸਨ ਕਿ ਕਾਕਾ, ਆਪਣੀ ਉਮਰ ਦੇ ਹਿਸਾਬ ਨਾਲ ਦੇਖ ਲੈਂਦੇ ਸੀ ਕਿ ਅਗਰ ਮੇਰੇ ਬੱਚਿਆਂ ਵਰਗਾ, ਮੇਰੇ ਭਰਾਵਾਂ ਵਰਗਾ ਤਾਂ ਉਹ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਕਾਕਾ ਦਸਵੰਧ ਜ਼ਰੂਰ ਕੱਢਿਆ ਕਰੋ, ਜਾਂ ਮੇਰੇ ਭਰਾ ਦਸਵੰਧ ਜ਼ਰੂਰ ਕੱਢਿਆ ਕਰੋ, ਤਾਂ ਕਿ ਕਿਸੇ ਗਰੀਬ ਦੇ ਕੰਮ ਆ ਸਕੇ। ਸਰਦਾਰ ਹਰਚਰਨ ਸਿੰਘ ਜੀ ਦੇ ਉੱਤੇ ਇਸ ਵਕਤ ਇਹ ਦੋਸ਼ ਲੱਗਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਹੈ, ਇਹਦੇ ਵਿੱਚ ਹਰਚਰਨ ਸਿੰਘ ਵੀ ਇਨਵੋਲਵ ਹੈ। ਮੈਂ ਸਮਝਦਾ ਕਿ ਉਹਨਾਂ ਦੇ ਜਿਹੜਾ ਹੈਗਾ ਸੀਗਾ ਇੱਕ ਬੜਾ ਵੱਡਾ ਬੋਝ ਸੀ ਦਿਲ ਦੇ ਉੱਤੇ, ਜਿਹਨੂੰ ਲੈ ਕੇ ਉਹ ਸੰਸਾਰ ਤੋਂ ਚਲੇ ਗਏ। ਉਹ ਬਰਦਾਸ਼ਤ ਨਹੀਂ ਕਰ ਸਕੇ ਕਿ ਉਹਨਾਂ ਨੂੰ ਉਮਰ ਦੇ ਆਖਰੀ ਪੜਾਅ ਦੇ ਵਿੱਚ ਕਿਹੜੀਆਂ ਜਿਹੜੇ ਹੈਗੇ ਨੇ ਸਵਾਲ ਉਹਨਾਂ ਦਾ ਸਾਹਮਣਾ ਕਰਨਾ ਪਵੇਗਾ, ਕਿਹੜੀਆਂ ਗੱਲਾਂ ਲੋਕਾਂ ਦੀਆਂ ਸੁਣਨੀਆਂ ਪੈਣਗੀਆਂ, ਔਰ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਪਵੇਗਾ। ਇੱਕ ਵੱਡਾ ਉਹਨਾਂ ਦੇ ਦਿਲ ਦੇ ਉੱਤੇ ਬੋਝ ਸੀਗਾ, ਜਿਹਨੂੰ ਲੈ ਕੇ ਉਹ ਸਦਾ ਲਈ ਸਾਡੇ ਕੋਲੋਂ ਰੁਖਸਤ ਹੋ ਗਏ। ਮੈਂ ਇਹ ਗੱਲ ਸਮਝਦਾ ਕਿ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਵੱਡਾ ਰੋਲ ਹੈ। ਉਹਨਾਂ ਦੀ ਮੌਤ ਜਿਹੜੀ ਹੈ, ਮੈਂ ਇਹਨੂੰ ਕੁਦਰਤੀ ਮੌਤ ਨਹੀਂ ਮੰਨਦਾ, ਇਹ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ ਗਿਆ। ਕਿਤੇ ਨਾ ਕਿਤੇ ਇਹਦੀਆਂ ਹੁਣ ਜ਼ਿੰਮੇਵਾਰੀਆਂ ਵੀ ਤੈਅ ਕਰਨੀਆਂ ਪੈਣਗੀਆਂ ਕਿ ਆਖਿਰਕਾਰ ਜੇ ਫੈਸਲੇ ਲਏ ਸੀ ਤਾਂ ਉਹਨਾਂ ਨੂੰ ਵਾਪਸ ਕਿਉਂ ਲਿਆ ਗਿਆ, ਤੇ ਜਿਸ ਵਿਅਕਤੀ ਦੇ ਉੱਪਰ ਕੋਈ ਹਲੇ ਤੱਕ ਉਂਗਲ ਨਹੀਂ ਉੱਠੀ ਸੀ ਉਹਦੇ ਉੱਪਰ ਉਂਗਲ ਕਿਉਂ ਉਠਾਈ ਗਈ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਕਿਤਾਬ ਵੀ ਰਿਲੀਜ਼ ਕੀਤੀ ਸੀ, ਜਿਹਦੇ ਵਿੱਚ ਬਹੁਤ ਸਾਰੇ ਭੇਦ ਜਿਹੜੇ ਸੀਗੇ ਕਿਤੇ ਨਾ ਕਿਤੇ ਉਹ ਵੀ ਖੁੱਲੇ ਸੀਗੇ, ਉਜਾਗਰ ਹੋਏ ਸੀ। ਉਹ ਕਿਤਾਬ ਤੁਹਾਡੇ ਤੱਕ ਵੀ ਪਹੁੰਚੀ ਹੋਣੀ ਹੈ ਅਰੋੜਾ ਸਾਹਿਬ। ਉਸ ਕਿਤਾਬ ਦੇ ਵਿੱਚ ਵੀ ਇੱਦਾਂ ਦੇ ਜ਼ਿਕਰ ਸੀਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਕਿਹੋ ਜਿਹਾ ਤੇ ਉਹਦੇ ਵਿੱਚ ਹੇਰਾਫੇਰੀ ਕਿਹੋ ਜਿਹੀ ਹੋ ਰਹੀ ਹੈ। ਤੇ ਪਿਛਲੇ ਦਿਨਾਂ ਦੇ ਵਿੱਚ ਜੀ ਮੈਂ ਇੱਕ ਗੱਲ ਜਾਣਦਾ ਕਿ ਕੇਵਲ ਇੱਕ ਫੋਨ ਜ਼ਰੂਰੀ ਨਹੀਂ ਹੈਗਾ ਕਿ ਕਿਸੇ ਵੱਡੇ ਲੀਡਰ ਦਾ ਫੋਨ ਚਾਹੀਦਾ ਹੈ। ਅਕਾਲੀ ਲੀਡਰ ਹੋਣਾ ਚਾਹੀਦਾ, ਬਾਦਲ ਦਲ ਨਾਲ ਸੰਬੰਧਿਤ ਹੋਣਾ ਚਾਹੀਦਾ। ਕੇਵਲ ਇੱਕ ਫੋਨ ਪੂਰੇ ਪ੍ਰਬੰਧ ਨੂੰ ਹਿਲਾ ਕੇ ਰੱਖ ਦਿੰਦਾ। ਇੱਥੇ ਯੋਗਤਾ ਦੇ ਆਧਾਰ ਦੇ ਉੱਤੇ ਅਧਿਕਾਰੀ ਨਹੀਂ ਨਿਯੁਕਤ ਕੀਤੇ ਜਾਂਦੇ, ਭਰਤੀ ਕੀਤੇ ਜਾਂਦੇ। ਇੱਥੇ ਸਿਫਾਰਿਸ਼ ਦੇ ਆਧਾਰ ਤੇ ਕੰਮ ਕੀਤਾ ਜਾਂਦਾ ਹੈ ਤੇ ਸਿਫਾਰਸ਼ੀ ਸੰਸਥਾਵਾਂ ਏਦਾਂ ਹੀ ਚੱਲਦੀਆਂ ਪਈਆਂ। ਮੈਂ ਇਹ ਗੱਲ ਸਮਝਦਾ ਕਿ ਸਾਡੇ ਜੀਵਨ ਕਾਲ ਦੇ ਵਿੱਚ ਇਹ ਸੰਸਥਾ 100 ਸਾਲ ਦੀ ਹੋਣ ਜਾ ਰਹੀ ਹੈ, ਲੇਕਿਨ ਮੈਂ ਇਹ ਗੱਲ ਮਹਿਸੂਸ ਕਰ ਰਿਹਾ ਕਿ ਸਾਡੇ ਜੀਵਨ ਕਾਲ ਦੇ ਵਿੱਚ ਹੀ ਅਜਿਹੇ ਸਾਨੂੰ ਦਿਨ ਵੇਖਣੇ ਪੈ ਰਹੇ ਨੇ ਕਿ ਇਹ ਸੰਸਥਾ ਵੈਂਟੀਲੇਟਰ ਤੇ ਪਈ ਹੋਈ ਹੈ, ਆਖਰੀ ਸਾਹ ਗਿਣਦੀ ਪਈ ਹੈ। ਪਤਾ ਨਹੀਂ ਅਗਲਾ ਸਾਹ ਆਵੇ ਕਿ ਨਾ ਆਵੇ, ਲੇਕਿਨ ਇਹ ਗੱਲ ਜ਼ਰੂਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਵਾਸਤੇ ਗੁਰਸਿੱਖਾਂ ਨੂੰ ਹੰਬਲਾ ਮਾਰਨਾ ਪਵੇਗਾ। ਅਰੋੜਾ ਸਾਹਿਬ, ਅਖੀਰ ਤੇ ਇੱਕ ਸਵਾਲ ਤੁਹਾਡੇ ਤੋਂ ਮੈਨੂੰ ਹੁਣੇ ਯਾਦ ਆਇਆ, ਇਹ ਜਿਹੜੇ ਵਿਅਕਤੀਆਂ ਦੇ ਖਿਲਾਫ ਕੇਸ ਕਾਰਵਾਈ ਕਰਨ ਦੀਆਂ ਗੱਲਾਂ ਹੋਈਆਂ, ਉਹਨਾਂ ਦੇ ਕਿੰਨੇ ਕੁ ਪੈਸੇ ਫਸੇ ਹੋਏ ਨੇ ਇਸ ਵੇਲੇ? ਵੀਰ ਜੀ, ਤਕਰੀਬਨ 1.5 ਕਰੋੜ ਦੇ ਆਸ-ਪਾਸ ਰਕਮ ਫਸੀ ਹੋਈ ਹੈ, ਜਿਹਦੇ ਵਿੱਚੋਂ 3 ਵਿਅਕਤੀ ਐਸੇ ਨੇ ਜਿਹੜੇ ਡਿਸਮਿਸ ਕੀਤੇ ਗਏ ਨੇ, ਜਿਨ੍ਹਾਂ ਦੀਆਂ ਜਿਹੜੀਆਂ ਗ੍ਰੈਚੁਇਟੀ ਤੇ ਫੰਡਸ ਵਗੈਰਾ ਰੁਕੇ ਹੋਏ ਨੇ, ਜਿਹਦੇ ਵਿੱਚ ਕਵਲਜੀਤ ਸਿੰਘ ਹੈ, ਗੁਰਬਚਨ ਸਿੰਘ ਮੀਤ ਸਕੱਤਰ ਹੈ ਔਰ ਇੱਕ ਅੱਧਾ ਅਧਿਕਾਰੀ ਹੋਰ ਹੈ। ਤਕਰੀਬਨ ਕਿਉਂਕਿ ਇੱਕ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਬੰਧ ਵਿੱਚ ਰਹਿੰਦੇ ਨੇ, ਤਾਂ ਇਹਨਾਂ ਦੇ ਫੰਡਸ ਵਗੈਰਾ ਜਿਹੜੇ ਕੱਟੇ ਜਾਂਦੇ ਨੇ, ਉਹਦੇ ਤਕਰੀਬਨ 1.5 ਕਰੋੜ ਦੇ ਆਸ-ਪਾਸ ਰਕਮ ਇਹਨਾਂ ਦੀ ਫਸੀ ਹੋਈ ਹੈ। 1.5 ਕਰੋੜ ਵੱਡੀ ਅਮਾਊਂਟ ਆ ਉਹਨਾਂ ਦੇ ਲਈ, ਇਸੇ ਕਰਕੇ ਹਲੇ ਤੱਕ ਕਈ ਭੇਦ ਜਿਹੜੇ ਨੇ ਉਹ ਆਪਣੇ ਅੰਦਰ ਦੱਬੀ ਬੈਠੇ ਨੇ। ਮੈਨੂੰ ਲੱਗਦਾ ਕਿ ਇਹ 1.5 ਕਰੋੜ ਸੰਗਤ ਦੇ ਮੂਹਰੇ ਭੇਦ ਰੱਖਣ ਦੇ ਨਾਲੋਂ ਉਹਨਾਂ ਨੂੰ ਜ਼ਿਆਦਾ ਕੀਮਤੀ ਲੱਗ ਰਹੇ ਨੇ ਇਸ ਵੇਲੇ। ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਇਹ 1.5 ਕਰੋੜ ਪਾਸੇ ਕਰਕੇ ਤੇ ਜਿਹੜੇ ਅਸਲ ਭੇਦ ਆ ਉਹ ਵੀ ਨਸ਼ਰ ਕਰ ਦੇਣੇ ਚਾਹੀਦੇ ਇਸ ਵੇਲੇ? ਵੀਰ ਜੀ, ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਗਰ ਉਹ ਲੋਕ ਅਦਾਲਤ ਵਿੱਚ ਜਾਣਗੇ ਤਾਂ ਕੀ ਲੈ ਕੇ ਜਾਣਗੇ, ਕਿਉਂਕਿ ਅੱਜ 7 ਦਿਨ ਬੀਤਣ ਦੇ ਬਾਅਦ ਵੀ ਉਹਨਾਂ ਨੂੰ ਅਜੇ ਤੱਕ ਕਾਰਨ ਦੱਸੋ ਜਾਂ ਉਹਨਾਂ ਨੂੰ ਚਾਰਜ ਸ਼ੀਟ ਨਹੀਂ ਦਿੱਤੀ ਗਈ ਕਿ ਇਹਨਾਂ ਦੇ ਦੋਸ਼ ਕੀ ਹੈ। ਉਹਨਾਂ ਨੂੰ ਕੋਈ ਸਿਰਫ ਆਰਡਰ ਨੰਬਰ ਦੇ ਦਿੱਤਾ ਗਿਆ ਕਿ ਤੁਹਾਡਾ ਆਰਡਰ ਨੰਬਰ ਹੈ ਜਿਹਦੇ ਮੁਤਾਬਕ ਤੁਹਾਨੂੰ ਡਿਸਮਿਸ ਕੀਤਾ ਜਾਂਦਾ ਹੈ।
ਕਿਉਂ ਇਹਦੇ ਚ ਚਾਰਜ ਸ਼ੀਟ ਕੀ ਹੈ, ਤੁਹਾਨੂੰ ਦੋਸ਼ ਕੀ ਨੇ, ਉਹ ਨਹੀਂ ਦੱਸੇ ਗਏ। ਉਹ ਤਾਂ ਸਿਰਫ ਇੱਕ ਰਿਪੋਰਟ ਦੱਸਦੀ ਪਈ ਹੈ ਨਾ ਕਿ ਇਹਨਾਂ ਦੇ ਤੇ ਇਹ ਦੋਸ਼ ਲੱਗਦਾ, ਇਹ ਦੋਸ਼ ਲੱਗਦਾ, ਜੀ ਪਰ ਇਸ ਰਿਪੋਰਟ ਨੂੰ ਲੈ ਕੇ ਉਹ ਕੋਰਟ 'ਚ ਨਹੀਂ ਜਾ ਸਕਦੇ। ਕੋਰਟ ਜੀ 'ਚ ਜਾਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਅਧਿਕਾਰਤ ਮਤਾ ਹੋਣਾ ਚਾਹੀਦਾ ਉਹਨਾਂ ਦੇ ਕੋਲ। ਉਹ ਮਤਾ ਕਿਸੇ ਨੂੰ ਵੀ ਨਹੀਂ ਦਿੱਤਾ ਗਿਆ। ਅੱਜ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਨੇ ਕਿਸੇ ਨੂੰ ਕਾਗਜ਼ ਨਹੀਂ ਦਿੱਤਾ, ਜਿਸ ਕਰਕੇ ਉਹ ਆਪਣੇ ਗੱਲਾਂ ਦੱਬ ਕੇ ਬੈਠੇ ਹੋਏ ਨੇ। ਆਸ ਕੀਤੀ ਜਾ ਸਕਦੀ ਹੈ ਕਿ ਜਲਦੀ ਹੀ ਬੜੇ ਭੇਤ ਖੁੱਲਣਗੇ ਔਰ ਬੜੇ ਹੀ ਲੋਕਾਂ ਦੇ ਚਿਹਰੇ ਤੋਂ ਨਕਾਬ ਉਤਰਨਗੇ, ਜਿਹੜੇ ਆਪਣੇ ਆਪ ਨੂੰ ਧਰਮੀ, ਸ਼ਰੀਫ ਅਤੇ ਸਿੱਖਾਂ ਦੇ ਵੱਡੇ ਲੀਡਰ ਕਹਾਉਂਦੇ ਨੇ, ਉਹਨਾਂ ਦੇ ਚਿਹਰੇ ਨੰਗੇ ਹੋਣ। ਅਰੋੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਪਰ ਮੈਨੂੰ ਲੱਗਦਾ ਇਹ ਭੇਤ ਤਾਂ ਹੀ ਖੁੱਲਣਗੇ ਜੇ ਕਮੇਟੀ ਸੱਚੀ ਮਾਇਨਿਆਂ ਦੇ ਵਿੱਚ ਅਸਲ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰੇ। ਪਰ ਇੱਥੇ ਤਾਂ ਬਹੁਤ ਕੁਝ ਅਜਿਹਾ ਲੱਗ ਰਿਹਾ ਜਿੱਥੇ ਕਮੇਟੀ ਆਪ ਘਿਰਦੀ ਨਜ਼ਰ ਆ ਰਹੀ ਹੈ, ਕਮੇਟੀ ਦੇ ਜਿਹੜੇ ਜ਼ਿੰਮੇਵਾਰ ਆਗੂ ਨੇ ਉਹ ਆਪ ਘਿਰਦੇ ਨਜ਼ਰ ਆ ਰਹੇ ਨੇ, ਇਸ ਕਰਕੇ ਕਾਰਵਾਈ ਵੀ ਮੈਨੂੰ ਲੱਗਦਾ ਉਸੇ ਇੱਕ ਤਰ੍ਹਾਂ ਦੀ ਹੋਵੇਗੀ। ਵੀਰ ਜੀ, ਮੈਂ ਇਹ ਗੱਲ ਸਮਝਦਾ ਕਿ ਪਿਛਲੇ ਸਮੇਂ ਦੇ ਵਿੱਚ ਮੇਰਾ ਜੋ ਹੁਣ ਤੱਕ ਦਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿਛਲੇ 12 ਸਾਲ ਦਾ ਮੇਰਾ ਜਿਹੜਾ ਪੱਤਰਕਾਰੀ ਹੈ, ਉਹਦੇ ਵਿੱਚ ਮੈਂ ਵੇਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਅਧਿਕਾਰੀ ਪਰਦੇ ਫਾਸ਼ ਕਰਦੇ ਨੇ ਜੀ ਤਾਂ ਉਦੋਂ ਬਹੁਤ ਚਿਹਰੇ ਨੰਗੇ ਹੁੰਦੇ ਨੇ, ਬੇਨਕਾਬ ਹੁੰਦੇ ਨੇ ਜੀ। ਪਰ ਸਾਨੂੰ ਉਡੀਕ ਕਰਨੀ ਚਾਹੀਦੀ ਹੈ ਕਿ ਘੱਟੋ ਘੱਟ ਕੁਝ ਲੋਕ ਜਲਦੀ ਹੀ ਚਿਹਰੇ ਬੇਨਕਾਬ ਕਰਨਗੇ। ਮੇਰੀ ਇੱਕ ਵਿਅਕਤੀ ਦੇ ਨਾਲ ਗੱਲ ਹੋਈ ਸੀ ਜਿਹੜਾ ਇਹ ਕਹਿੰਦਾ ਪਿਆ ਸੀਗਾ ਕਿ ਸਾਨੂੰ ਸਿਰਫ ਚਾਰਜ ਸ਼ੀਟ ਮਿਲ ਜਾਵੇ, ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਕਿ ਕੌਣ ਕੌਣ ਕਿਹਦੇ ਕਿਹਦੇ ਕਹਿਣ ਤੇ ਕਿੰਨੇ ਕਿੰਨੇ ਸਰੂਪ ਕਿੱਥੇ ਕਿੱਥੇ ਭੇਜਦਾ ਰਿਹਾ। ਅਸੀਂ ਸਿਰਫ ਚਾਰਜ ਸ਼ੀਟ ਦੀ ਵੇਟ ਕਰ ਰਹੇ ਹਾਂ। ਔਰ ਮੈਂ ਇਹ ਗੱਲ ਸਮਝਦਾ ਕਿ ਜਿਹੜੀ ਕੱਲ ਦੀ ਯੂ ਟਰਨ ਹੈਗਾ ਉਹ ਇੱਕ ਧਮਕੀ ਦਾ ਕਰਕੇ ਹੀ ਲੱਗਦਾ ਪਿਆ, ਕਿਉਂਕਿ ਕਿਸੇ ਨੇ ਇਹ ਗੱਲ ਜ਼ਰੂਰ ਕਹੀ ਹੈ ਜੋ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਜਿਹੜੀਆਂ ਸਰਗੋਸ਼ੀਆਂ ਦੇ ਵਿੱਚ ਹੈਗੀ ਆ ਕਿ ਤੁਸੀਂ ਪਰਚਾ ਦਰਜ ਕਰਾਓ ਤੇ ਅਸੀਂ ਪੁਲਿਸ ਇਨਵੈਸਟੀਗੇਸ਼ਨ 'ਚ ਦੱਸਾਂਗੇ ਕਿ ਕਿੰਨੇ ਕਿੰਨੇ ਕਿਹਦੇ ਕਿਹਦੇ ਕਹਿਣ ਤੇ ਕਿੰਨੇ ਕਿੰਨੇ ਸਰੂਪ ਤੇ ਕਿੱਥੇ ਕਿੱਥੇ ਸਰੂਪ ਭੇਜੇ ਨੇ। ਉਸ ਗੱਲ ਤੋਂ ਡਰਦਿਆਂ ਤੇ ਆਪਣਾ ਬਚਾਅ ਕਰਦਿਆਂ ਜਾਂ ਆਪਣੇ ਅਕਾਵਾਂ ਦਾ ਬਚਾਅ ਕਰਦਿਆਂ ਇਹ ਕਾਰਵਾਈ ਰੋਕੀ ਗਈ ਹੈ। ਔਰ ਜਲਦੀ ਹੀ ਜਦੋਂ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਉਮਰ ਭਰ ਦੀ ਕਮਾਈ ਹੈ, ਅਗਰ ਉਹਨਾਂ ਨੂੰ ਨਹੀਂ ਮਿਲੇਗੀ ਤਾਂ ਉਹ ਲੋਕ ਜ਼ਰੂਰ ਚੈਲੰਜ ਕਰਨਗੇ। ਜੀ ਅਰੋੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ तमाम ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸੋ ਜਿੰਨੇ ਵੀ ਦਰਸ਼ਕ ਇਸ ਵੇਲੇ ਸਾਡੇ ਨਾਲ ਜੁੜੇ ਉਹਨਾਂ ਨੇ ਇਕੱਲੀ ਗੱਲ ਸਮਝ ਲਈ ਹੋਣੀ ਹੈ ਕਿ ਕਿਸ ਤਰੀਕੇ ਦੇ ਨਾਲ ਵੱਡੀਆਂ ਧਾਂਦਲੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਆਖਿਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ ਟਰਨ ਕਿਉਂ ਮਾਰਿਆ? ਬਹੁਤ ਸਾਰੇ ਲੋਕ ਜਿਹੜੇ ਨੇ ਗੁਰਅਵਤਾਰ ਸਿੰਘ ਜੋਹਲ, ਬਲਵੀਰ ਸਿੰਘ ਟਿਵਾਣਾ, ਵਿਕੀ ਮਾਨ, ਕੁਲਦੀਪ ਸਿੱਧੂ, ਗੁਰਮੀਤ ਸਿੰਘ ਪੱਟੀ, ਟੰਡੀ ਪੁਰੇਵਾਲ, ਗੁਰਅਵਤਾਰ ਜੋਹਲ, ਦੇਵੀ ਦਰਸ਼ਨ, ਭੁਪਿੰਦਰ ਸਿੰਘ, ਗੁਰਅਵਤਾਰ ਜੋਹਲ, ਹਰਮੇਲ ਸਿੰਘ ਗਿੱਲ, ਬਲਵਿੰਦਰ ਔਲਖ, ਕੁਲਦੀਪ ਰਾਜਾ, ਗੁਰਪ੍ਰੀਤ ਸੋਢੀ, ਜੱਗਾ ਸੰਘੇੜਾ ਤੇ ਬਹੁਤ ਸਾਰੇ ਹੋਰ ਸੱਜਣ ਪਤਵੰਤੇ ਸਾਡੇ ਨਾਲ ਜੁੜੇ। ਉਹਨਾਂ ਨੇ ਆਪਣੇ ਆਪਣੇ ਕੀਮਤੀ ਸੁਝਾਅ ਵੀ ਸਾਂਝੇ ਕੀਤੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਮੈਨੂੰ ਗੱਲਾਂ ਇੱਦਾਂ ਦੀਆਂ ਲੱਗ ਰਹੀਆਂ ਨੇ ਜਿਹੜੀਆਂ ਹੋਰ ਵੀ ਭੇਦ ਖੋਲ੍ਹਣ ਵਾਲੀਆਂ ਨੇ ਤੇ ਹੋ ਸਕਦਾ ਕਿ ਇਹਨਾਂ ਦੀ ਵੀ ਅਥੈਂਟੀਕੇਸ਼ਨ ਹੋਵੇ, ਪਰ ਅਸੀਂ ਸਿੱਧੇ ਤੌਰ ਤੇ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਆਪਣੇ ਤੌਰ ਤੇ ਵੀ ਪੜਤਾਲ ਕਰਾਂਗੇ। ਕਿਉਂਕਿ ਸਾਡੇ ਪੱਤਰਕਾਰ ਚਰਨਜੀਤ ਅਰੋੜਾ ਦੀ ਲੰਮੇ ਸਮੇਂ ਦੀ ਕੋਖ ਹੈ, ਉਹਦੇ ਵਿੱਚ ਉਹਨਾਂ ਨੇ ਇਕੱਲੀ ਗੱਲ ਸਮਝੀ ਹੈ ਵੀ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਅਣਗਹਿਲੀਆਂ ਕੀਤੀਆਂ ਜਾ ਰਹੀਆਂ ਨੇ, ਊਣਤਾਈਆਂ ਪਾਈਆਂ ਜਾ ਰਹੀਆਂ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਕਾਰਵਾਈ ਹੁੰਦੀ ਹੈ ਜਾਂ ਨਹੀਂ, ਕਿਉਂਕਿ ਇਸ ਵੇਲੇ ਵੱਡੀਆਂ ਮੱਛੀਆਂ ਜਿਹੜੀਆਂ ਲੰਮੇ ਸਮੇਂ ਤੋਂ ਪੂਰੇ ਤਲਾਅ ਨੂੰ ਗੰਦਾ ਕਰਦੀਆਂ ਨਜ਼ਰ ਆ ਰਹੀਆਂ ਨੇ, ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਇਸੇ ਕਰਕੇ ਹੀ ਕਿਤੇ ਨਾ ਕਿਤੇ ਯੂ ਟਰਨ ਵੱਜ ਰਹੇ ਨੇ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਹੀਂ ਸਵਾਲ ਚੁੱਕਦੇ, ਪਰ ਉਹਦਾ ਪ੍ਰਬੰਧ ਜਿਨ੍ਹਾਂ ਦੇ ਹੱਥ ਆ ਉਹਨਾਂ ਤੇ ਸਵਾਲ ਚੁੱਕਦੇ ਹਾਂ, ਕਿਉਂਕਿ ਇਹ ਸਵਾਲ ਇਸ ਕਰਕੇ ਪੈਦਾ ਹੋ ਗਏ ਕਿ ਸਾਡਾ ਧੁਰਾ ਜਿਹੜਾ ਆ ਉਸ ਨੂੰ ਹੀ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿੱਥੇ ਛਪਾਈ ਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਹੁਣ ਛੇੜਛਾੜ ਹੋਣ ਲੱਗ ਪਈ ਹੈ ਸਿੱਧੇ ਤੌਰ ਤੇ। ਸਾਡੇ ਹੀ ਸੰਸਥਾਵਾਂ ਦੇ ਵਿੱਚ ਤਾਂ ਉਹ ਦਿਨ ਦੂਰ ਨਹੀਂ ਜਦੋਂ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਨੇ, ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ 2015 ਦੇ ਵਿੱਚ ਬੇਅਦਬੀ ਹੋਈ, ਕਿਸੇ ਹੋਰ ਦੇ ਵੱਲੋਂ ਕੀਤੀ ਗਈ, ਗੁਰੂ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਖਿਲਾਰੇ ਗਏ, ਅਸੀਂ ਉਸ ਨੂੰ ਬੇਅਦਬੀ ਮੰਨਦੇ ਹਾਂ। ਪਰ ਇਹ ਜਿਹੜੀ ਬੇਅਦਬੀ ਹੋ ਰਹੀ ਹੈ ਇਹ ਕਿਸੇ ਵੱਡੀ ਬੇਅਦਬੀ ਤੋਂ ਘੱਟ ਨਹੀਂ, ਤਾਂ ਇਸ ਕਰਕੇ ਇਸ ਖਿਲਾਫ ਵੀ ਵੱਡੀ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ, ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਅਜਿਹੀ ਕਾਰਵਾਈ ਕਰਨ ਬਾਰੇ ਸੋਚੇ ਨਾ, ਤੇ ਨਾਲ ਦੀ ਨਾਲ ਕੁਝ ਅਜਿਹੇ ਇਨਸਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹੋਣੇ ਚਾਹੀਦੇ ਨੇ ਜਿਹੜੇ ਇਸ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਵੀ ਲੈਣ। ਜੇ ਇਦਾਂ ਦੀ ਕੋਈ ਉਣਤਾਈ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਬਹੁਤ ਬਰੀਕੀ ਦੇ ਨਾਲ ਤੁਹਾਨੂੰ तमाम ਜਿਹੜੀ ਘਟਨਾ ਹੋਈ ਹੈ
ਉਹਦੀਆਂ ਬਹੁਤ ਸਾਰੀਆਂ ਬਰੀਕ ਚੀਜ਼ਾਂ ਜਿਹੜੀਆਂ ਨੇ ਪਤਾ ਲੱਗੀਆਂ ਹੋਣਗੀਆਂ ਕਿ ਕਿਉਂ ਯੂ ਟਰਨ ਲਏ ਜਾ ਰਹੇ ਨੇ, ਕੀ ਬਹੁਤ ਖੁੱਲ ਸਕਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋ ਸਕਦਾ। ਫਿਲਹਾਲ ਤੁਹਾਡੇ ਤੋਂ ਅੱਗੇ ਲੈਣੇ, ਤੁਹਾਡਾ ਇਸ ਬਾਰੇ ਕੀ ਸੋਚਣਾ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਤੁਹਾਡੇ ਤੋਂ ਅੱਗੇ ਲੈਣੇ ਆ, ਬਹੁਤ ਬਹੁਤ ਧੰਨਵਾਦ।